जय गुरुदेव, जय भीम, जय भारत। हरेक वीरवार की तरह थोड़े रूबरू हो रहे हैं। तो अज का प्रोग्राम जो है मेरे साथी मेरे नाल आए हरबंस विरदी जी, जय गुरुदेव, जय भीम। जय भीम, जय गुरुदेव। उन्होंने नाल सुरिंदर सुन जी, जय गुरुदेव, जय भीम जी। जय गुरुदेव। सब तो पहला असी उन्हों का भी धन्यवाद करांगे जिन्होंने सानू बड़ा ही सपोर्ट की है, मदद की है। लेट रामचंद विरदी जी अते भैन जी साडे जीत राणी जी विरदी अते परिवार वालों रामचंद विरदी जी हुणी जो गुरु घर जिहड़ा वैस्टर्न रोड के 282 श्री गुरदास सभा उन्होंने बहुत चेर वो जनरल सकत्तर के तौर पर भी रहे और उन्होंने बहुत ही गुरु घर लिए काम किए। जिस तरह के कहा जा सकता है जो पहला गुरु घर बनना सी उस वेले उन्होंने जी ਉਹਦੇ ਲਈ जो फंड सी गौरमेंट तो GLC तो जो ले सके उन्होंने बड़ी दौड़ भज की। असी उस परिवार का बहुत बहुत धन्यवाद करते हैं। साडा मकसद किसी दी भावना नूं ठेस पहुँचाउणा नहीं, साडा मकसद किसी दी भावना नूं ठेस पहुँचाउणा नहीं। साडा मकसद है समाज विच हो रही गतिविधियां नूं तुहाडे तक पहुँचाउणा। गुलाम नूं गुलामी का एहसास करा दिओ, गुलाम नूं गुलामी का एहसास करा दिओ, वो आप खुद ही बगावत कर देगा बाबा साहब डॉक्टर अंबेडकर। आओ असी प्रोग्राम की शुरुआत करते हैं तो पहला असी गीत सुनते हैं, उस तो बाद फिर असी गलबात करांगे ते ब्रेक तो बाद तुहाडियां लाइव कॉलां लवांगे जी। तेनों मिल गए ने मुफ्त परोठे वो पुछे दी ना भुखा कटियां। तेनों मिल गए ने मुफ्त परोठे वो पुछे दी ना भुखा कटियां। सारी जिंदगी ओ सारी जिंदगी गुजार ले तू सो के वो पुछे दी ना भुखा कटियां। तेनों मिल गए ने मुफ्त परोठे वो पुछे दी ना भुखा कटियां। तेनों मिल गए ने मुफ्त परोठे वो पुछे दी ना भुखा कटियां।
ਹੁਣ ਤੁਸੀਂ ਇੱਕ ਗੀਤ ਸੁਣਿਆ, ਪੁੱਛ ਜਿਨ੍ਹਾਂ ਭੁੱਖਾਂ ਕੱਟੀਆਂ ਤੈਨੂੰ ਮਿਲ ਗਏ ਮੁਫਤ ਪਰੌਠੇ। ਇਹ ਜਿਹੜੇ ਪਰੌਠੇ ਮਿਲੇ ਆ ਤੇ ਉਹ ਕਿਸ ਨੇ ਲੈ ਕੇ ਦਿੱਤੇ ਆ, ਕਿਸ ਤਰ੍ਹਾਂ ਮਿਲੇ ਆ, ਇਹ ਅਸੀਂ ਉਸ ਦੇ ਬਾਰੇ ਗੱਲਬਾਤ ਕਰਾਂਗੇ, ਬਾਬਾ ਸਾਹਿਬ ਬਾਰੇ। ਤੇ ਸੁਰਿੰਦਰ ਸੁੰਡ ਜੀ, ਤੁਸੀਂ ਪਹਿਲਾਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਰਮੇਸ਼ ਜੀ, ਜਿੱਦਾਂ ਪ੍ਰੋਗਰਾਮ ਆਪਣੇ ਤੁਸੀਂ ਰਾਮਚੰਦ ਬਿਰਦੀ ਬਾਰੇ ਗੱਲ ਕਰ ਰਹੇ ਸੀ ਜੀ, ਜੋ ਸਾਊਥਲ ਦਾ ਗੁਰੂ ਮਿਲੀ ਜੀ ਅਤੇ ਉਹ ਇੱਕ ਬਹੁਤ ਹੀ ਅੱਛੇ ਇਨਸਾਨ ਸੀ ਜੀ, ਚਾਹੇ ਉਹਨਾਂ ਦਾ ਕੋਈ ਵਿਰੋਧੀ ਸੀ ਚਾਹੇ ਕੋਈ ਵੀ ਸੀ, ਉਹ ਹਰੇਕ ਨੂੰ ਹੱਸ ਕੇ ਤੇ ਮਿਲਦੇ ਬੜੇ ਸੀ। ਪਿਆਰ ਨਾਲ ਮਿਲਦੇ ਸੀ। ਕੋਈ ਐਸੇ ਇਨਸਾਨ ਸੀ ਜਿਨ੍ਹਾਂ ਦੇ ਕਦੇ ਵੀ ਤੁਸੀਂ ਫੇਸ ਤੇ ਗੁੱਸਾ ਨਹੀਂ ਦੇਖਿਆ, ਹਮੇਸ਼ਾ ਹੀ ਹੱਸਦੇ ਪਿਆਰ ਨਾਲ ਬੋਲਦੇ ਸੀ, ਕੋਈ ਗੱਲ ਵੀ ਹੋਵੇ ਤਾਂ ਪਿਆਰ ਨਾਲ ਕਰਦੇ ਸੀ। ਇਹੋ ਜਿਹੇ ਬੰਦਿਆਂ ਦੀ ਸਾਡੀ ਕੌਮ ਨੂੰ ਬਹੁਤ ਕਮੀ ਆ, ਕਿਉਂਕਿ ਕੋਈ ਵੀ ਗਿਆਨੀਆਂ ਦੀ ਜਾਂ ਹੋਰ ਵੀ ਕਿਸੇ ਚੀਜ਼ ਦੀ ਪ੍ਰੋਬਲਮ ਆਉਂਦੀ ਸੀ ਤਾਂ ਉਹ ਇਮੀਗ੍ਰੇਸ਼ਨ ਦੇ ਨਾਲ ਆਪ ਹੱਲ ਕਰ ਲੈਂਦੇ ਸੀ। ਉਹਨਾਂ ਦੇ ਹੁੰਦੇ ਸਾਡੇ ਗੁਰੂ ਘਰ ਦੇ ਵਿੱਚ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆਈ। ਉਹਨਾਂ ਨੇ ਗੁਰੂ ਘਰ ਨੂੰ ਬਹੁਤ ਹੀ ਪੂਜਿਆ ਅਤੇ ਤਨ ਮਨ ਧਨ ਦੇ ਨਾਲ ਚੰਗੀ ਤਰ੍ਹਾਂ ਸੇਵਾ ਕੀਤੀ ਅਤੇ ਕੌਮ ਹਮੇਸ਼ਾ ਉਹਨਾਂ ਨੂੰ ਯਾਦ ਰੱਖੇਗੀ। ਥੈਂਕ ਯੂ ਆਪਣੇ ਸੁਰਿੰਦਰ ਜੀ। ਬਿਰਦੀ ਜੀ, ਜਿਸ ਤਰ੍ਹਾਂ ਕਿ ਬਾਬਾ ਸਾਹਿਬ ਦਾ ਪ੍ਰੀਨਮ ਦਿਵਸ ਚੱਲ ਰਿਹਾ ਇਸ ਵੇਲੇ ਤੇ ਫਰਵਰੀ ਤੋਂ ਗੁਰਪੁਰਬ ਚੱਲਣ ਲੱਗ ਪਣੇ ਆ, ਉਸ ਤੋਂ ਬਾਅਦ ਬਾਬਾ ਸਾਹਿਬ ਦਾ ਜਨਮ ਦਿਨ ਆ ਜਾਣਾ, ਫਿਰ ਮਈ ਦੇ ਵਿੱਚ ਸੰਤ ਰਮਨ ਮਹਾਰਾਜ ਜੀ ਸ਼ਹੀਦੀ ਸਮਾਗਮ ਹੋਣੇ ਚਾਲੂ ਹੋ ਜਾਣੇ ਆ। ਕਿ ਬਾਬਾ ਸਾਹਿਬ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ, ਕਿਉਂਕਿ ਤੁਹਾਡੇ ਕੋਲ ਬੜੀ ਨੌਲੇਜ ਹੈ ਬਾਬਾ ਸਾਹਿਬ ਬਾਰੇ, ਕਿਉਂਕਿ ਤੁਸੀਂ ਅੰਬੇਡਕਰ ਬੁੱਧਿਸਟ ਐਸੋਸੀਏਸ਼ਨ ਜਿਹੜੀ ਆ ਸਾਊਥ ਹਾਲ ਦੀ ਉਹਦੇ ਪਹਿਲਾਂ ਤੋਂ ਹੀ ਨੁਮਾਇੰਦੇ ਰਹੇ ਆ, ਤੇ ਮੈਂ ਵੀ ਤੁਹਾਡੇ ਨਾਲ ਥੋੜਾ ਚਿਰ ਕੰਮ ਕੀਤਾ ਆ 76 ਦੇ ਵਿੱਚ, ਤੇ ਉਸ ਦੇ ਵਿੱਚ ਬਾਅਦ ਚ ਚੱਲਾਂਗੇ 76 ਤੇ। ਤੁਸੀਂ ਕੀ ਕਹਿਣਾ ਚਾਹੁੰਦੇ ਅੱਜ? ਹਾਂਜੀ ਦੇਖੋ, ਜਿੱਥੋਂ ਤੱਕ ਆਪਾਂ ਬਾਬਾ ਸਾਹਿਬ ਦੀ ਗੱਲ ਕਰੀਏ, ਮੈਂ ਜਦੋਂ ਸਾਊਥ ਬਰੋ ਕਮਿਸ਼ਨ ਇੰਡੀਆ ਵਿੱਚ ਆਇਆ 1918 ਵਿੱਚ, ਅਗਰ ਆਪਾਂ ਦੇਖੀਏ ਤਾਂ ਬਾਬਾ ਸਾਹਿਬ ਦੀ ਉਮਰ ਉਸ ਵੇਲੇ 25-26 ਸਾਲ ਦੀ ਸੀਗੀ ਜੀ। ਜਾਣੀ ਉਸ ਉਮਰ ਦੇ ਵਿੱਚ ਬਾਬਾ ਸਾਹਿਬ ਨੇ ਸਾਊਥ ਬਰੋ ਨੂੰ ਇੱਕ ਮੈਮੋਰੰਡਮ ਲਿਖ ਕੇ ਦਿੱਤਾ, ਜਿਹਦੇ ਵਿੱਚ ਉਹਨੇ ਸ਼ਡਿਊਲਡ ਕਾਸਟ, ਸ਼ਡਿਊਲਡ ਟ੍ਰਾਈਬ ਔਰ OBC ਲੋਕਾਂ ਦੇ ਹੱਕਾਂ ਦੇ ਲਈ ਮੰਗ ਕੀਤੀ ਕਿ ਜਦੋਂ ਭਾਰਤ ਆਜ਼ਾਦ ਹੋਏਗਾ ਤੇ ਉਹਨਾਂ ਦੇ ਇਹ ਹੱਕ ਹੋਣੇ ਚਾਹੀਦੇ ਆ। ਅੱਜ ਤੁਸੀਂ ਅਗਰ ਕਿਸੇ 25-26 ਸਾਲ ਦੇ ਮੁੰਡੇ ਨੂੰ ਕਹੋ ਕਿ ਬਈ ਤੂੰ ਇੱਕ ਲੈਟਰ ਹੀ ਲਿਖ ਦੇ ਇੰਗਲਿਸ਼ ਦੇ ਵਿੱਚ, ਜਿਹੜਾ ਕਿ ਬਹੁਤ ਮੁਸ਼ਕਿਲ ਹੈ, ਤਾਂ ਬਾਬਾ ਸਾਹਿਬ ਨੇ ਬਹੁਤ ਛੋਟੀ ਉਮਰ ਤੋਂ ਹੀ ਆਪਣੇ ਲੋਕਾਂ ਦਾ ਜਿਹੜਾ ਖਿਆਲ ਕਰਨਾ, ਉਹਨਾਂ ਦਾ ਭਲਾ ਕਰਨਾ, ਉਹਨਾਂ ਦੀਆਂ ਜੰਜੀਰਾਂ ਕਿੱਦਾਂ ਕੱਟਣੀਆਂ, ਬਾਬਾ ਸਾਹਿਬ ਦੇ ਦਿਮਾਗ ਦੇ ਵਿੱਚ ਬਹੁਤ ਛੋਟੀ ਉਮਰ ਤੋਂ ਹੀ ਆ ਗਿਆ ਸੀਗਾ। ਬਿਰਦੀ ਜੀ, ਜਿਸ ਤਰ੍ਹਾਂ ਕਿ ਬਾਬਾ ਸਾਹਿਬ ਨੇ ਕਿਹਾ, ਜੋ ਸਮਾਜ ਜੰਜੀਰਾਂ ਵਿੱਚ ਜਕੜਿਆ ਪਿਆ ਹੈ ਉਸ ਨੂੰ ਆਜ਼ਾਦ ਕਰਾਉਣਾ, ਆਪਣਾ ਤੇ ਆਪਣੇ ਬੱਚਿਆਂ ਦਾ ਪੇਟ ਪਾਲਣਾ ਤਾਂ ਜਾਨਵਰ ਵੀ ਪਾਲ ਲੈਂਦੇ ਆ। ਤੇ ਇਸ ਦੇ ਨਾਲੋਂ ਜੇ ਉਹ ਕਹਿੰਦੇ ਆਪਣੇ ਸਮਾਜ ਲਈ ਨਹੀਂ ਕੋਈ ਚਿੰਤਾ ਕਰਦਾ ਤਾਂ ਉਸ ਨੂੰ ਬੇਸ਼ੱਕ ਮਰ ਜਾਣਾ ਚੰਗਾ ਹੈ। ਬਾਬਾ ਸਾਹਿਬ ਇਹ ਕਹਿੰਦੇ ਸੀਗੇ ਕਿ ਅੱਜ ਸਾਡਾ ਸਮਾਜ ਉਸ ਚੀਜ਼ ਦੇ ਉੱਤੇ, ਬਾਬਾ ਸਾਹਿਬ ਦੀ ਚੀਜ਼ ਦੇ ਜਿਹੜਾ ਉਹਨਾਂ ਦਾ ਮਿਸ਼ਨ ਸੀ, ਕਿ ਅੱਜ ਅਸੀਂ ਉਸ ਤੇ ਪਹਿਰਾ, ਵਾਕਈ ਪਹਿਰਾ ਦੇ ਰਹੇ ਹਾਂ ਕਿ ਅਸੀਂ ਡਰਾਮੇਬਾਜ਼ੀ ਕਰਦੇ ਹਾਂ। ਆ ਜਿਹੜਾ ਆਪਾਂ ਹੁਣੇ ਗਾਣਾ ਸੁਣਿਆ ਉਹਦੇ ਬੋਲ ਕੀ ਆ ਕਿ ਤੈਨੂੰ ਮਿਲ ਗਏ ਨੇ ਮੁਫਤ ਪਰੌਠੇ, ਪੁੱਛ ਉਹਨਾਂ ਨੂੰ ਜਿਹਦੀ ਭੁੱਖਾਂ ਕੱਟੀਆਂ। ਜਾਣੀ ਅੱਜ ਜਿਹੜਾ ਸਾਡਾ ਸਮਾਜ ਆ ਉਹ ਦੋ ਚੀਜ਼ਾਂ ਦੇ ਸ਼ੌਕੀਨ ਹੋ ਗਏ ਆ, ਟੀਵੀ ਔਰ ਬੀਵੀ। ਉਹਨਾਂ ਨੂੰ ਸਮਾਜ ਦਾ ਕੋਈ ਫਿਕਰ ਨਹੀਂ ਹੈ, ਕਿਉਂਕਿ ਅਗਰ ਉਹਨਾਂ ਨੂੰ ਸਮਾਜ ਦਾ ਫਿਕਰ ਹੋਵੇ, ਜੋ ਅੱਜ ਆਪਾਂ ਸੋਸ਼ਲ ਮੀਡੀਆ ਉੱਤੇ ਆਪਣੇ ਲੋਕਾਂ ਦੇ ਉੱਤੇ ਤਸ਼ੱਦਦ ਦੇਖਦੇ ਆ, ਸਾਡੀਆਂ ਬਹੂ ਬੇਟੀਆਂ ਦੇ ਉੱਤੇ ਸਰੇਆਮ ਗੁੰਡਾਗਰਦੀ ਹੋ ਰਹੀ ਆ, ਉਹ ਨਾ ਹੁੰਦਾ। ਕਿਉਂਕਿ ਸਾਡੇ ਵਿੱਚ ਪੈਸੇ ਵਾਲੇ ਘੱਟ ਨਹੀਂ ਹੈ, ਸਾਡੇ ਵਿੱਚ ਪੜ੍ਹਿਓ ਘੱਟ ਨਹੀਂ ਹੈ, ਲੇਕਿਨ ਸਿਰਫ ਇਹ ਹੈ ਕਿ ਲੋਕਾਂ ਦੀ ਅਣਖ ਜਿਹੜੀ ਆ ਉਹ ਜਗਣੀ ਚਾਹੀਦੀ ਆ ਕਿ ਮੇਰੇ ਸਮਾਜ ਲਈ ਮੇਰੀ ਕੀ ਡਿਊਟੀ ਆ। ਕਈ ਲੋਕ ਇਹ ਕਹਿੰਦੇ ਆ ਕਿ ਠੀਕ ਹੈ ਜੀ, ਅਸੀਂ ਆਪਣਾ ਪਰਿਵਾਰ ਵੀ ਪਾਲਣਾ, ਅਸੀਂ ਮੰਨਦੇ ਆ ਇਸ ਗੱਲ ਨੂੰ, ਲੇਕਿਨ ਪਰਿਵਾਰ ਤਾਂ ਸਾਰਿਆਂ ਨੇ ਪਾਲਣਾ ਆ। ਪਰਿਵਾਰ ਮੇਰਾ ਵੀ ਆ, ਬਾਬਾ ਸਾਹਿਬ ਨੇ ਵੀ ਪਾਲਣਾ ਸੀ। ਅਗਰ ਬਾਬਾ ਸਾਹਿਬ ਜਦੋਂ ਕੋਲੰਬੀਆ ਯੂਨੀਵਰਸਿਟੀ ਵਿੱਚੋਂ ਡਿਗਰੀ ਲਈ ਆ, ਜਿੱਦਾਂ ਅੱਜ ਜਿਹੜੇ ਬਾਹਰ ਸਟੂਡੈਂਟ ਪੜ੍ਹਨ ਜਾਂਦੇ ਆ, ਉਹ ਹਰ ਕੋਸ਼ਿਸ਼ ਕਰਦੇ ਆ ਕਿ ਜਿਸ ਦੇਸ਼ ਵਿੱਚ ਅਸੀਂ ਸਟੱਡੀ ਕਰਨ ਆਏ ਆ, ਚਾਹੇ ਅਮਰੀਕਾ, ਚਾਹੇ ਕੈਨੇਡਾ, ਚਾਹੇ ਨਿਊਜ਼ੀਲੈਂਡ ਆ, ਚਾਹੇ ਆਸਟ੍ਰੇਲੀਆ, ਚਾਹੇ UK, ਉਹ ਸਟੱਡੀ ਕਰਨ ਤੋਂ ਬਾਅਦ ਪੂਰੀ ਕੋਸ਼ਿਸ਼ ਕਰਦੇ ਕਿ ਮੈਂ ਇੱਥੇ ਸੈਟਲ ਹੋ ਜਾਵਾਂ। ਅਗਰ ਬਾਬਾ ਸਾਹਿਬ ਕੋਲੰਬੀਆ ਯੂਨੀਵਰਸਿਟੀ ਦੇ ਵਿੱਚੋਂ ਡਿਗਰੀ ਲੈਣ ਤੋਂ ਬਾਅਦ ਆਪਣੇ ਬੱਚਿਆਂ ਨੂੰ ਉੱਥੇ ਸੱਦ ਕੇ ਪ੍ਰੋਫੈਸਰ ਲੱਗ ਕੇ ਸ਼ੋਭਰ ਲਟਕਾਰੀ ਲੈ ਕੇ ਘੁੰਮ ਸਕਦੇ ਸੀ, ਤਾਂ ਫਿਰ ਅੱਜ ਬਿਰਦੀ TV ਤੇ ਨਾ ਬੈਠਾ ਹੁੰਦਾ, ਉੱਥੇ ਕਿਸੇ ਖੇਤ ਦੇ ਵਿੱਚ ਕੰਮ ਕਰ ਰਿਹਾ ਹੁੰਦਾ। ਜੀ ਸੁਰਿੰਦਰ ਜੀ, ਤੁਸੀਂ ਬਾਬਾ ਸਾਹਿਬ ਦੇ ਮਿਸ਼ਨ ਤੋਂ ਬੜੇ ਪ੍ਰਭਾਵਿਤ ਹੋ। ਤੁਸੀਂ ਵੀ ਬੜਾ, ਪਹਿਲਾਂ ਤੁਹਾਡੇ ਪਰਿਵਾਰ ਦੇ ਵਿੱਚ ਵੀ ਇਹ ਵੈਲ ਐਜੂਕੇਟਡ ਪੀਪਲ ਲੈ ਕੇ ਬੈਠੇ ਆ, ਦਿੱਲੀ ਦੇ ਵਿੱਚ ਵੀ ਕੰਮ ਕਰਦੇ ਆ, ਤੇ ਇਹ ਜਿਹੜੀ ਦੇਣ ਆ ਬਾਬਾ ਸਾਹਿਬ ਦੀ, ਠੀਕ ਹੈ, ਸਤਿਗੁਰੂ ਦਾਸ ਮਾਨੇ ਨੇ ਸਾਨੂੰ ਧਾਰਮਿਕ ਤੌਰ ਤੇ ਆਜ਼ਾਦੀ ਦਵਾਈ ਆ, ਬਾਬਾ ਸਾਹਿਬ ਨੇ ਸਾਨੂੰ ਪੋਲੀਟੀਕਲ ਜਿਹੜੀ ਆਜ਼ਾਦੀ ਆ ਸਾਨੂੰ ਉਹ ਨਹੀਂ ਇੰਡੀਪੈਂਡੈਂਟ ਕੀਤਾ ਆ, ਔਰ ਜੋ ਸਾਡੇ ਦਿਲ ਦੇ ਵਿੱਚ ਹੈ ਉਹ ਕਹਿਣ ਦਾ ਹੱਕ ਸਾਨੂੰ ਨਹੀਂ ਲੈ ਕੇ ਦਿੱਤਾ ਆ। ਜਿਸ ਤਰ੍ਹਾਂ ਬਿਰਦੀ ਸਾਹਿਬ ਨੇ ਦੱਸਿਆ ਵੀ ਇਕੱਲੇ ਬਾਬਾ ਸਾਹਿਬ ਨੇ
ਇੰਨਾ ਕੁਝ ਕਰ ਦਿੱਤਾ। ਅੱਜ ਕੱਲ ਤਾਂ ਆਪਣੇ ਉੱਤੇ MLA ਰਿਜ਼ਰਵੇਸ਼ਨ ਇੰਨੀ ਹੈਗੀ ਆ, ਉਹ ਸਾਰੇ ਹੀ ਬਾਬਾ ਸਾਹਿਬ ਦੇ ਨਾਂ ਦੇ ਰਿਜ਼ਰਵੇਸ਼ਨ ਲੈ ਕੇ ਚੇਅਰਾਂ ਦੇ ਉੱਤੇ ਬੈਠੇ ਆ, ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ ਹੁੰਦਾ। ਪਰ ਉਹਨਾਂ ਨੂੰ ਥੋੜੀ ਸ਼ਰਮ ਕਰਨੀ ਚਾਹੀਦੀ, ਜਿਸ ਚੀਜ਼ ਕਰਕੇ ਉਹਨਾਂ ਨੂੰ ਇਹ ਪਦ ਮਿਲੇ ਆ, ਉਹ ਕਮ ਸੇ ਕਮ ਆਪਣੀ ਕੌਮ ਦੇ ਬਾਰੇ ਜ਼ਰੂਰ ਸੋਚਣ। ਜਿੱਦਾਂ ਅਤਿਆਚਾਰ ਹੋ ਰਿਹਾ ਉੱਥੇ, ਬਹੁਤ ਜਿੰਨੇ ਵੀ ਅਤਿਆਚਾਰ ਹੋ ਰਿਹਾ ਜ਼ਿਆਦਾਤਰ ਉਹ ਗਰੀਬਾਂ ਤੇ, OBC ਤੇ, ਸਲੂਡ ਕਾਸਟ ਸਲੂਡ ਡਰਾਈਵ ਤੇ ਹੋ ਰਹੇ ਆ। ਉਹ ਰਲ ਕੇ ਉਹਨੂੰ ਬੰਦ ਕਰਨ ਤਾਂ ਕਿ ਐਟਲੀਸਟ ਲੋਕਾਂ ਨੂੰ ਪਤਾ ਲੱਗੇ ਕਿ ਜੋ ਬਾਬਾ ਸਾਹਿਬ ਨੇ ਸਾਡੇ ਲਈ ਕੀਤਾ ਇਹ ਉਹਨਾਂ ਦੀ ਲਾਈਨ ਦੇ ਉੱਤੇ ਚੱਲ ਰਹੇ ਆ, ਉਹਨਾਂ ਨੂੰ ਚੱਲਣਾ ਚਾਹੀਦਾ। ਜੀ ਧੰਨਵਾਦ ਸੁਰਿੰਦਰ ਜੀ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਵੀ ਇਲੈਕਸ਼ਨ ਹੋ ਕੇ ਹਟੇ ਮੱਧ ਪ੍ਰਦੇਸ਼ ਦੇ ਵਿੱਚ CM ਹੈ ਕਮਲਨਾਥ ਜੀ ਬਣੇ ਆ, ਤੇ ਸਾਡਾ ਫਰਜ਼ ਬਣਦਾ ਹੈ ਵੀ ਉਹ ਚਾਹੇ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦੇ ਹੋਣ, ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਹੋ, CM ਬਣੇ ਮੱਧ ਪ੍ਰਦੇਸ਼ ਦੇ। ਅਸੀਂ ਆਪਣੇ ਆਜ਼ਾਦ TV ਵੱਲੋਂ ਕੌਮ ਦੀ ਸੋਚ ਦੇ ਵਿੱਚ ਉਹਨਾਂ ਨੂੰ ਅਸੀਂ ਵਧਾਈ ਦਿੰਦੇ ਹਾਂ, ਤੇ ਇਹ ਵੀ ਚਾਹੁੰਦੇ ਹਾਂ ਕਿ ਜਿਹੜਾ ਸਾਡਾ ਸਮਾਜ ਆ ਉਸ ਦੇ ਬਾਰੇ ਵੀ ਉਹ ਆਪਣੇ ਤੌਰ ਤੇ ਖਿਆਲ ਰੱਖਣ। ਇਹ ਨਾ ਹੋਵੇ ਕਿ ਸਾਡੇ ਜੇ ਅੱਗੇ ਰੇਪ ਹੁੰਦੇ ਆ ਜਾਂ ਸਾਡੇ ਧੀਆਂ ਭੈਣਾਂ ਨੂੰ ਕੁੱਟਮਾਰ ਕੀਤੀ ਜਾਂਦੀ ਜਾਂ ਮਜ਼ਦੂਰ ਬੰਦੀਆਂ ਬਣਾਏ ਜਾਂਦੇ ਆ, ਉਹਨਾਂ ਦੇ ਬਾਰੇ ਵੀ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਸਾਰੇ ਹੀ ਲੋਕਾਂ ਨੂੰ ਇਨਸਾਨ ਸਮਝ ਕੇ ਉਹਨਾਂ ਦਾ ਬਣਦਾ ਅਧਿਕਾਰ ਲੈ ਕੇ ਦੇਣ ਦੀ ਕੋਸ਼ਿਸ਼ ਕਰਨ। ਤੇ ਬਿਰਦੀ ਜੀ, ਮੈਂ ਪੰਜਾਬ ਦੀ ਗੱਲ ਕਰਦਾ ਕਿ 70 ਦੇ ਵਿੱਚ ਦੀ ਗੱਲ ਆ, ਭਵਨ ਜਿਹੜਾ ਸਾਡੇ ਘਰ ਦੇ ਨਾਲ ਆ ਬਿਲਕੁਲ, ਅੰਬੇਡਕਰ ਭਵਨ, ਉੱਥੇ ਸ਼ਹੀਦ ਪ੍ਰਕਾਸ਼ ਰਾਮ ਦੀ ਜਿਹੜੀ ਆ ਸਮਾਧੀ ਬਣੀ ਹੈ। ਸਾਨੂੰ ਇਹ ਨਹੀਂ ਪਤਾ ਹੁੰਦਾ ਸੀ ਉਹਨਾਂ ਦਿਨਾਂ ਦੇ ਵਿੱਚ ਸ਼ਹੀਦ ਕਿਹਨੂੰ ਕਹਿੰਦੇ ਆ, ਲੇਕਿਨ ਜਦੋਂ ਉੱਥੇ ਮੈਂ ਕੰਤੇ ਅਸੀਂ ਬੈਠੇ 5-7 ਮੁੰਡੇ ਜਿੱਦਾਂ ਸ਼ਰਾਰਤੀ ਬੱਚੇ ਹੁੰਦੇ ਉਸ ਵੇਲੇ ਟਾਈਮ ਦੇ, ਤੇ ਅਸੀਂ ਸੋਚਦੇ ਵੀ ਬਾਲੀ ਜੀ ਤੇ RC ਪੌਲ ਜੀ, ਨਧੜਕ ਜੀ, ਕੌਲ ਜੀ, ਇਹ BP ਮੋਰੀਆ ਜੀ, ਇਹ ਜਿਹੜੇ ਬੜੇ ਬੜੇ ਰੌਲਾ ਪਾਉਣਾ ਉੱਚੀ ਉੱਚੀ ਬਾਹਾਂ ਕਰਕੇ, ਅਸੀਂ ਕਹਿਣਾ ਇਹਨਾਂ ਨੂੰ ਕਿਹੜੀ ਅੱਗ ਲੱਗੀ ਆ ਬਈ ਇਹ ਰੌਲਾ ਪਾਉਂਦੇ ਇਹਨਾਂ, ਕੀ ਇਹ ਦਿਮਾਗ ਖਰਾਬ ਹੋਇਆ ਆ। ਲੇਕਿਨ ਉਹ ਇੰਗਲੈਂਡ ਦੀ ਧਰਤੀ ਤੇ 76 ਤੋਂ ਬਾਅਦ ਪਤਾ ਲੱਗਾ ਵੀ ਉਹਨਾਂ ਦੇ ਅੰਦਰ ਜਿਹੜੀ ਚਿਗਿਆੜੀ ਸੀ ਉਹ ਇੱਕ ਬਾਬਾ ਸਾਹਿਬ ਦੇ ਮਿਸ਼ਨ ਦੀ ਚਿਗਿਆੜੀ ਸੀ। ਅੱਗੋਂ ਸੀ ਕਿ ਸਾਡਾ ਸਮਾਜ ਜਿਹੜਾ ਜੋ ਬਾਬਾ ਸਾਹਿਬ ਉਹਨਾਂ ਲਈ ਕਰਕੇ ਗਿਆ, ਅਸੀਂ ਉਸ ਨੂੰ ਫੋਲੋ ਨਹੀਂ ਕਰ ਰਹੇ, ਜਿਹੜਾ ਸਾਡਾ ਸਮਾਜ ਥੱਲੇ ਜਾ ਰਿਹਾ ਆ। ਤੇ ਤੁਸੀਂ ਵੀ ਉਹ ਚੀਜ਼ਾਂ ਦੇਖੀਆਂ ਹੋਗੀਆਂ, ਤੇ ਤੁਸੀਂ ਇੰਗਲੈਂਡ 'ਚ ਆ ਕੇ ਜੋ ਇਹ ਆਪਣੀਆਂ ਸਭਾ ਸੋਸਾਇਟੀਆਂ ਬਣਾਈਆਂ, ਫਿਰ ਉਸ ਦੇ ਬਾਰੇ ਗੱਲ ਕਰਨ, ਕੀ ਕਹਿਣਾ ਚਾਹੁੰਦੇ ਇਸ ਬਾਰੇ? ਹਾਂਜੀ ਦੇਖੋ, ਜਿਹੜਾ ਤੁਸੀਂ ਰਾਮ ਪ੍ਰਕਾਸ਼ ਸ਼ਹੀਦ ਦਾ ਨਾਮ ਲਿਆ, ਜਿਹੜਾ 1964 ਵਿੱਚ RPI ਨੇ ਮੋਰਚਾ ਲਾਇਆ ਸੀ, ਉਹਦੇ ਵਿੱਚ ਉਹ ਸ਼ਹੀਦ ਹੋਇਆ ਜੀ। ਔਰ 1964 ਦੇ ਮੋਰਚੇ ਦੀਆਂ RPI ਰਿਪਬਲਿਕਨ ਪਾਰਟੀ ਆਫ ਇੰਡੀਆ ਜਿਹੜੀ ਬਾਬਾ ਸਾਹਿਬ ਨੇ ਬਣਾਈ ਸੀ, ਅੱਜ ਵੀ ਰਿਕਾਰਡ ਆ ਕਿ ਜੇਲ੍ਹਾਂ ਭਰੋ ਅੰਦੋਲਨ ਦੇ ਵਿੱਚ ਜਿੰਨੀ ਬੜੀ ਤਾਦਾਦ ਦੇ ਵਿੱਚ ਲੋਕ 1964 ਦੇ ਮੋਰਚੇ ਵਿੱਚ ਗਏ ਆ, ਉਸ ਤੋਂ ਬਾਅਦ ਵੀ ਕਦੇ ਵੀ ਇੰਨੇ ਲੋਕ ਜੇਲ੍ਹਾਂ ਵਿੱਚ ਨਹੀਂ ਗਏ। ਔਰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ, ਕਿਉਂਕਿ ਮੈਂ ਤਾਂ ਉਦੋਂ ਖੁਦ ਬਹੁਤ ਛੋਟਾ ਸੀਗਾ, ਲੇਕਿਨ ਬਾਅਦ ਵਿੱਚ ਗੱਲਾਂ ਸੁਣਦੇ ਆ ਕਿ ਇੱਕ ਬਜ਼ੁਰਗ ਸੀ ਸੋਫੀ ਪਿੰਡ ਤੋਂ ਸ਼ਾਇਦ, ਕਿ ਉਹਨਾਂ ਦੇ ਪੋਤੇ ਦੀ ਡੈਥ ਹੋ ਗਈ ਜੀ। ਔਰ ਜਿਹੜਾ ਪੁਲਿਸ ਦਾ ਵੱਡਾ ਅਫਸਰ ਸੀ ਉਹ ਕਹਿੰਦਾ ਵੀ ਤੂੰ ਲਿਖ ਕੇ ਮਾਫੀ ਮੰਗ ਲਾ, ਆਪਣੇ ਪੋਤੇ ਦਾ ਸੰਸਕਾਰ ਕਰਨ ਚੱਲ ਜਾ। ਲੇਕਿਨ ਉਹ ਅਣਖੀ ਮਹਾਨ ਯੋਧਾ, ਉਹਨੇ ਕਿਹਾ ਮੇਰੇ ਜਾਣ ਦੇ ਨਾਲ ਮੇਰਾ ਪੋਤਾ ਜਿੰਦਾ ਨਹੀਂ ਹੋ ਜਾਣਾ ਹੈ, ਲੇਕਿਨ ਮੈਂ ਮਾਫੀ ਨਹੀਂ ਮੰਗੂਗਾ। ਅਗਰ ਮੈਂ ਮਾਫੀ ਮੰਗ ਲਈ ਆਪਣੇ ਪੋਤੇ ਦੇ ਆਖਰੀ ਸੰਸਕਾਰ ਤੇ ਜਾਣ ਲਈ, ਮੇਰਾ ਨਾਂ ਗੱਦਾਰਾਂ ਵਿੱਚ ਹੋਏਗਾ। ਤੇ ਉਹਨਾਂ ਲੋਕਾਂ ਦੀਆਂ ਕੁਰਬਾਨੀਆਂ ਆ, ਚਰਨਦਾਸ ਨਧੜਕ ਜੀ ਆ, LR ਬਾਲੀ ਜੀ, ਜਿਨ੍ਹਾਂ ਨੇ ਜਿੱਦਣ ਬਾਬਾ ਸਾਹਿਬ ਸਾਤੋਂ ਹਮੇਸ਼ਾ ਲਈ ਵਿਛੜੇ ਆ, ਉਹ ਦਿੱਲੀ ਸਰਵਿਸ ਕਰਦੇ ਸੀ, ਔਰ ਨਹੀਂ ਉਸ ਦਿਨ ਤੋਂ ਇਹ ਪ੍ਰਣ ਕੀਤਾ ਕਿ ਬਾਬਾ ਸਾਹਿਬ ਅੱਜ ਤੋਂ ਲੈ ਕੇ ਮੈਂ ਸਾਰੀ ਜ਼ਿੰਦਗੀ ਜਿਹੜੀ ਆ ਉਹ ਤੁਹਾਡੇ ਮਿਸ਼ਨ ਨੂੰ ਸਪੁਰਦ ਕਰਾਂਗਾ। ਔਰ ਇਹ ਸਾਰੇ ਜਾਣਦੇ ਆ ਕਿ ਅੱਜ ਪੰਜਾਬ ਦੇ ਵਿੱਚ, ਠੀਕ ਆ, ਮੈਂ ਵੀ ਕਿਤਾਬਾਂ ਲਿਖਣ ਲੱਗ ਪਿਆ, ਲੇਕਿਨ ਸ਼ੁਰੂ ਦੇ ਵਿੱਚ ਲਾਹੌਰੀ ਰਾਮ ਬਾਲੀ ਉਹਨਾਂ ਦੀ ਜਿਹੜੀ ਬਾਬਾ ਸਾਹਿਬ ਦੇ ਮਿਸ਼ਨ ਨੂੰ ਕਿਤਾਬਾਂ ਦੀ ਦੇਣੇ ਆ, ਉਹ ਭਾਰਤ ਦੇ ਵਿੱਚ ਕਿਤੇ ਵੀ ਨਹੀਂ ਸੀਗੀ। ਅੱਜ ਠੀਕ ਆ, ਬਹੁਤ ਸਾਰੇ ਪ੍ਰਕਾਸ਼ਨ ਹੋ ਗਏ ਆ, ਬਾਬਾ ਸਾਹਿਬ ਦੇ ਬਾਰੇ ਕਿਤਾਬਾਂ ਅਲੱਗ-ਅਲੱਗ ਪਹਿਲੂਆਂ ਤੋਂ ਲਿਖੀਆਂ ਜਾਂਦੀਆਂ, ਬੜੇ ਵੱਡੇ ਵਿਦਵਾਨ ਹੋ ਗਏ ਆ, ਲੇਕਿਨ ਪੰਜਾਬ ਦੇ ਵਿੱਚ ਜਿਹੜੀ ਸ਼ੁਰੂਆਤ ਕੀਤੀ ਬਾਲੀ ਜੀ ਹੁਣੀ, ਉਹ ਕਦੇ ਭੁੱਲਣ ਵਾਲੀ ਨਹੀਂ ਹੈ। ਹੋਰ ਵੀ ਬਹੁਤ ਸਾਰੇ ਸਾਥੀ ਆ ਜਿਨ੍ਹਾਂ ਦੀ ਬਾਬਾ ਸਾਹਿਬ ਦੇ ਮਿਸ਼ਨ ਲਈ ਕੁਰਬਾਨੀ ਹੈ। ਇੱਕ ਬੜੀ ਅੱਛੀ ਗੱਲ ਆ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਅਗਰ ਆਪਾਂ ਲਾਈਫ ਦੇਖੀਏ, ਚਾਹੇ ਉਹ ਓਰੀਜਨਲੀ ਮਹਾਰਾਸ਼ਟਰ ਤੋਂ ਸੀ, ਉਹਨਾਂ ਦਾ ਜਨਮ ਮਹੂ ਵਿੱਚ ਹੋਇਆ, ਲੇਕਿਨ ਬਾਬਾ ਸਾਹਿਬ ਦੀ ਜਿਹੜੀ ਸਾਰੀ ਲਾਈਫ ਆ ਉਹ ਸਭ ਤੋਂ ਜ਼ਿਆਦਾ ਟਾਈਮ ਉਹਨਾਂ ਨੇ ਪੰਜਾਬੀਆਂ ਦੇ ਨਾਲ ਬਿਤਾਇਆ। ਇਹ ਫੈਕਟ ਆ, ਬਾਬਾ ਸਾਹਿਬ ਦੀ ਲਾਈਫ ਨੂੰ ਐਨਾਲਾਈਜ਼ ਕਰਕੇ ਦੇਖ ਲਓ। ਤੇ ਆਪਾਂ ਜਿਸ ਤਰ੍ਹਾਂ ਗੱਲ ਕਰਦੇ ਕਿ ਬਾਬਾ ਸਾਹਿਬ ਦੀ, ਜਿਸ ਤਰ੍ਹਾਂ ਲਾਹੌਰੀ ਰਾਮ ਬਾਲੀ ਜੀ, ਪਹਿਲੇ ਦਿਨ ਤੋਂ ਹੀ ਮੈਂ, ਕਿਉਂਕਿ ਜਲੰਧਰ ਦੇ ਵਿੱਚ ਹੋਣ ਦੇ ਨਾਤੇ ਮੈਂ ਵੀ ਦੇਖਦਾ ਰਿਹਾ, ਭੀਮ ਪੱਤਰਕਾਰ ਉਹ ਪੇਪਰ ਕੱਢਦੇ ਆ, ਹਾਲੇ ਤੱਕ ਵੀ ਕੱਢਦੇ ਆ, ਚਾਹੇ ਉਹ ਘੱਟ ਇਸ ਵੇਲੇ ਹੋ ਗਿਆ ਹੋਵੇਗਾ ਪੇਪਰ, ਉਹਨਾਂ ਨੇ ਕਿਤਾਬਾਂ ਵੀ ਬਹੁਤ ਲਿਖੀਆਂ। ਲੇਕਿਨ ਵਰਦੀ ਜੀ, ਜਿਹੜੀ ਗੱਲ 76 ਦੀ ਮੈਂ ਗੱਲ ਕਰਦਾ, ਜਦੋਂ ਮੈਂ ਇੰਗਲੈਂਡ ਦੀ ਧਰਤੀ ਤੇ ਆਇਆ ਸੀ, ਤੇ ਉਦੋਂ ਦੇਖਿਆ ਜਾਂਦਾ ਸੀ ਕਿ ਚਾਹੇ ਅੰਬੇਡਕਰ ਸਭਾ ਆ, ਚਾਹੇ ਬੁੱਧ ਸੋਸਾਇਟੀ ਆ, ਚਾਹੇ ਗੁਰੂਦਾਸ ਸਭਾਵਾਂ ਆ,
ਜਦੋਂ ਬਾਬਾ ਸਾਹਿਬ ਦਾ ਕੋਈ ਪ੍ਰੀਨਿਰਵਾਣ ਦਿਵਸ ਜਾਂ ਉਹਨਾਂ ਦਾ ਜਨਮ ਦਿਨ ਮਨਾਉਂਦੇ ਸੀ, ਅਸੀਂ ਕੋਚਾਂ 2-2 3-3 4-4 ਕੋਚਾਂ ਇਕੱਠੀਆਂ ਕਰਕੇ ਲੈ ਕੇ ਜਾਂਦੇ ਸੀ ਤੇ 400-500 ਬੰਦਾ ਹਾਲ ਦੇ ਵਿੱਚ ਬੈਠਾ ਸੋਹਣਾ ਲੱਗਦਾ ਸੀ। ਅੱਜ ਅਸੀਂ 20-20 25-25 ਬੰਦੇ, ਕੀ ਇੰਗਲੈਂਡ ਦੇ ਵਿੱਚ ਬਾਬਾ ਸਾਹਿਬ ਦੇ ਪੈਰੋਕਾਰ ਘਟ ਗਏ ਆ ਜਾਂ ਮੰਨਣ ਵਾਲੇ ਉਹਨਾਂ ਨੂੰ ਘਟ ਗਏ, ਜਾਂ ਇੰਡੀਆ ਦੇ ਵਿੱਚ ਬਾਬਾ ਸਾਹਿਬ ਦੀ ਜਿਹੜੀ ਮਿਸ਼ਨ ਹੈ ਜਿਹੜਾ ਜ਼ੋਰ ਫੜ ਗਿਆ ਆ? ਮੇਰਾ ਖਿਆਲ ਹੈ ਕਿ ਦੇਖੋ ਜਿਹੜੀ ਇੱਥੇ ਦੀ ਜਨਰੇਸ਼ਨ ਆ, ਹੁਣ ਦੇਖੋ ਮੈਂ ਹੀ ਜਦੋਂ ਬਾਬਾ ਸਾਹਿਬ ਦੇ ਮਿਸ਼ਨ ਦੇ ਵਿੱਚ ਆਇਆ 1972 ਵਿੱਚ, ਮੈਂ 20 ਸਾਲ ਦਾ ਸੀ। ਹੁਣ ਤੁਸੀਂ ਦੇਖੋ ਬਈ ਸਿਰ ਤੇ ਕੋਈ ਵਾਲ ਨਹੀਂ ਰਿਹਾ ਔਰ ਵਾਲ ਸਾਰੇ ਚਿੱਟੇ ਹੋ ਗਏ ਆ। ਔਰ ਜਿਹੜੀ ਇੱਥੇ ਦੇ ਬੱਚੇ ਆ, ਜਿਹੜਾ ਟਾਈਮ ਆਪਾਂ ਦੇਖਿਆ ਉਹ ਉਹਨਾਂ ਬੱਚਿਆਂ ਨੇ ਟਾਈਮ ਨਹੀਂ ਦੇਖਿਆ, ਔਰ ਜਿਹੜੇ ਆਪਣੇ ਬਜ਼ੁਰਗਾਂ ਨੇ ਟਾਈਮ ਇੰਡੀਆ ਵਿੱਚ ਦੇਖਿਆ ਉਹ ਆਪਾਂ ਨਹੀਂ ਦੇਖਿਆ ਹੈ। ਤਾਂ ਜਿਹੜੇ ਇੱਥੇ ਦੇ ਬੱਚੇ ਆ ਉਹ ਤਾਂ ਇਹੀ ਕਹਿੰਦੇ ਵੀ ਸਾਨੂੰ ਇਹਦੀ ਜ਼ਰੂਰਤ ਨਹੀਂ ਹੈ, ਕਿਉਂਕਿ ਆਪਾਂ ਇੰਡੀਆ ਵਿੱਚ ਸਭ ਕੁਝ ਆਪਣੀ ਇਹ ਪਿੰਡੇ ਤੇ ਹੰਡਾਇਆ। ਕਿਸੇ ਨਾ ਕਿਸੇ ਤਰ੍ਹਾਂ ਆਪਾਂ ਨੂੰ ਵੀ ਜਿਹੜਾ ਡਿਸਕ੍ਰਿਮੀਨੇਸ਼ਨ ਆ ਉਹ ਆਪਣੇ ਉੱਤੇ ਵੀ ਹੋਇਆ, ਲੇਕਿਨ ਇੱਥੇ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਇੰਨਾ ਨਹੀਂ ਹੈ। ਲੇਕਿਨ ਹਾਂ, ਇਹ ਗੱਲ ਨਾਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ 1977-78 ਦੇ ਵਿੱਚ ਅਗਰ ਕਿਤੇ ਵੀ ਪ੍ਰੋਗਰਾਮ ਹੁੰਦਾ ਸੀਗਾ, ਘੱਟੋ ਘੱਟ 3-4 ਕਾਰਾਂ ਤਾਂ ਜਾਂਦੀਆਂ ਸੀਗੀਆਂ। ਅਗਰ ਕੋਚਾ ਲੈ ਕੇ ਜਾਂਦੇ ਸੀ, ਗਲਾਸਗੋ ਤੱਕ ਕੋਚਾ ਲੈ ਕੇ ਗਏ ਆ। ਜਦੋਂ ਲਾਹੌਰੀ ਰਾਮ ਬਾਲੀ ਦਾ ਪ੍ਰੋਗਰਾਮ ਆ ਕਮਿਊਨਿਟੀ ਸੈਂਟਰ ਹਾਲ ਦੇ ਵਿੱਚ ਕੀਤਾ, ਉਹ ਭਰਿਆ ਪਿਆ ਸੀਗਾ। ਡਾਕਟਰ ਗੁਰਚਰਨ ਸਿੰਘ ਖਮਾਣੋ ਜਦੋਂ RPI ਦੇ ਪੰਜਾਬ ਦੇ ਪ੍ਰਧਾਨ ਆਏ ਆ, ਉਹ ਹਾਲ ਭਰਿਆ ਪਿਆ ਸੀਗਾ। ਔਰ ਜਦੋਂ ਲੈਂਕਾਸਟਰ ਹਾਲ ਆਪਾਂ ਕਰਦੇ ਸੀ, ਭਰਿਆ ਹੁੰਦਾ ਸੀਗਾ। ਰਾਮਗੜੀਆ ਹਾਲ ਹੁੰਦਾ ਸੀ, ਉਹ ਭਰਿਆ ਹੁੰਦਾ ਸੀਗਾ। ਲੇਕਿਨ ਅੱਜ ਜਿਹੜੇ ਬਹੁਤ ਸਾਥੀ ਸਾਤੋਂ ਵਿਛੜ ਗਏ ਆ। ਔਰ ਫਿਰ ਲੋਕ ਆਪਣੇ ਲੋਕਾਂ ਵਿੱਚ ਇੱਕ ਹੋਰ ਕਮਜ਼ੋਰੀ ਆ ਕਿ ਛੋਟੇ ਪਰਸਨਲ ਗਿੱਲਿਆਂ ਤੋਂ ਉਹਨੂੰ ਮਿਸ਼ਨ ਵਿੱਚ ਲੈ ਆਉਂਦੇ ਆ, ਕਿਉਂਕਿ ਪਰਸਨਲ ਗਿੱਲੇ ਹੁੰਦੇ ਆ, ਲੇਕਿਨ ਕੁਝ ਲੋਕ ਘਰ ਬਹਿ ਜਾਂਦੇ ਆ, ਜਿਹੜੀ ਕਿ ਗਲਤ ਗੱਲ ਆ। ਸਰਿੰਦਰ ਜੀ, ਮੈਂ ਤੁਹਾਨੂੰ ਗੱਲ ਪੁੱਛਦਾ ਕਿ ਜਿਸ ਤਰ੍ਹਾਂ ਕਿ ਬਾਬਾ ਸਾਹਿਬ ਦੇ ਮਿਸ਼ਨ ਦੀ ਗੱਲ ਕਰਦੇ, ਕੋਈ ਬਾਬਾ ਸਾਹਿਬ ਦੇ ਪ੍ਰੋਗਰਾਮਾਂ ਪਰ ਰੱਖਿਆ ਆ ਕਿ ਪਿਛਲੇ ਹਫਤੇ ਜਿੱਦਾਂ ਵੀ 20-25 ਜਾਂ 50 ਬੰਦੇ ਬੱਚੇ ਮੁੰਡਿਆਂ ਨੇ ਜਾਂ ਭੈਣਾਂ ਭਰਾਵਾਂ ਨੇ ਰਲ ਕੇ ਬਾਬਾ ਸਾਹਿਬ ਦਾ ਪ੍ਰੀਨਿਰਵਾਣ ਦਿਵਸ ਮਨਾਇਆ, ਉੱਥੋਂ ਕੋਈ ਇੱਕ ਬੰਦਾ ਆ ਕੇ ਫੋਟੋ ਰੱਖ ਕੇ ਬਾਬਾ ਸਾਹਿਬ ਦੀ ਪੋਰਟਰੇਟ ਚੁੱਕ ਕੇ ਲੈ ਜਾਂਦਾ। ਕਿੱਡੀ ਕੁ ਇਹ ਸਾਡੇ ਲਈ ਇੱਜ਼ਤ ਵਾਲੀ ਗੱਲ ਹੈ ਜਿਹੜੀ ਵੀਡੀਓ ਅਸੀਂ ਲੋਕਾਂ ਦੇ ਵਿੱਚ ਵਾਇਰਲ ਕਰ ਰਹੇ ਹਾਂ? ਪਰ ਉਹ ਚੀਜ਼ ਬਹੁਤ ਗਲਤ ਆ। ਜਦੋਂ ਤੁਸੀਂ ਫੋਟੋ ਰੱਖਤੀ ਉੱਥੇ ਰਹਿਣੀ ਚਾਹੀਦੀ ਹੈ, ਚੱਕਣੀ ਨਹੀਂ ਚਾਹੀਦੀ। ਜੇ ਕੋਈ ਗੱਲਬਾਤ ਹੈਗੀ ਬੈਠ ਕੇ ਪਿਆਰ ਦੇ ਨਾਲ ਕਰ ਲਓ। ਇੱਕ ਫੋਟੋ ਰੱਖ ਕੇ ਚੱਕਣੀ ਕਿਸੇ ਵੀ ਸ਼ਖਸ ਦੇ ਲਈ ਸ਼ੋਭਾ ਨਹੀਂ। ਤੁਸੀਂ ਕੀ ਸੋਚਦੇ ਹੋ ਕਿ ਬਾਬਾ ਸਾਹਿਬ ਦਾ ਪੈਰੋਕਾਰ ਸੱਚਾ ਪੈਰੋਕਾਰ ਹੋ ਸਕਦਾ ਜਿਹੜਾ ਫੋਟੋ ਚੁੱਕੀ ਬਾਬਾ ਸਾਹਿਬ ਦੀ ਉਹਨਾਂ ਤੋਂ? ਬਿਲਕੁਲ ਨਹੀਂ ਹੋ ਸਕਦਾ। ਜਦੋਂ ਇੱਕ ਵਾਰੀ ਤੁਸੀਂ ਇੱਕ ਪ੍ਰੋਗਰਾਮ ਦੇ ਵਿੱਚ ਫੋਟੋ ਰੱਖ ਕੇ ਚੱਕਦੇ ਆ, ਇਹ ਤਾਂ ਬਾਬਾ ਸਾਹਿਬ ਦੀ ਵੀ ਤੋਹੀਨ ਆ ਜੀ, ਕਿਉਂਕਿ ਸਾਨੂੰ ਚੱਕਣੀ ਨਹੀਂ ਚਾਹੀਦੀ ਜਿੰਨਾ ਚਿਰ ਪ੍ਰੋਗਰਾਮ ਖਤਮ ਨਹੀਂ ਹੁੰਦਾ। ਜਾਂ ਸ਼ੁਰੂ ਵਿੱਚ ਰੱਖੋ ਨਾ, ਜੇ ਤੁਸੀਂ ਰੱਖ ਦਿੱਤੀ ਆ ਉਹਨੂੰ ਚੱਕੋ ਨਾ ਜੀ, ਕਿਉਂਕਿ ਜੇ ਤੁਹਾਨੂੰ ਰੱਖਣ ਲੱਗੇ ਕੋਈ ਪ੍ਰੋਬਲਮ ਨਹੀਂ ਹੋਈ ਤਾਂ ਫਿਰ ਵਿੱਚੋਂ ਚੱਕਣ ਲੱਗੇ ਕੀ ਪ੍ਰੋਬਲਮ ਪੈ ਗਈ। ਠੀਕ, ਉਹਨੂੰ ਪੂਰੇ ਪ੍ਰੋਗਰਾਮ ਦੇ ਵਿੱਚ ਰਹਿਣਾ ਚਾਹੀਦਾ। ਜਿਹਨੇ ਵੀ ਕੀਤਾ ਇਹ ਕੰਮ ਬਹੁਤ ਗਲਤ ਕੀਤਾ। ਹਾਂਜੀ ਵਿਰਦੀ ਜੀ, ਤੁਸੀਂ ਕਿਤਾਬਾਂ ਵੀ ਲਿਖਦੇ ਹੋ, ਬਾਬਾ ਸਾਹਿਬ ਤੇ ਵੀ ਲਿਖੀਆਂ, ਹੋਰ ਆਪਣੇ ਮਿਸ਼ਨ ਦੇ ਬਾਰੇ ਵੀ ਲਿਖਦੇ ਹੋ, ਔਰ ਤੁਸੀਂ ਪੜ੍ਹਦੇ ਵੀ ਕਾਫੀ ਆ, ਬਾਹਰ ਵੀ ਕੰਟਰੀਆਂ ਤੋਂ ਜਾਂਦੇ ਹੋ। ਜਿੱਥੇ ਵੀ ਬਾਬਾ ਸਾਹਿਬ ਦਾ ਪ੍ਰੋਗਰਾਮ ਹੁੰਦਾ ਆ ਅਪ੍ਰੈਲ ਦੇ ਮਹੀਨਿਆਂ ਦੇ ਵਿੱਚ, ਤੁਸੀਂ ਇੰਡੀਆ 'ਚ ਜ਼ਿਆਦਾ ਤੌਰ ਤੇ ਹੁੰਦੇ ਹੋ। ਲੇਕਿਨ ਜਿਹੜਾ ਬਾਬਾ ਸਾਹਿਬ ਦਾ ਮਿਸ਼ਨ ਆ ਜਿਹੜਾ ਇੰਡੀਆ ਦੇ ਵਿੱਚ ਆਲਰੇਡੀ ਜ਼ੋਰਾਂ ਤੇ ਆ, ਉਹਨੂੰ ਕੋਈ ਭੁੱਲ ਨਹੀਂ ਸਕਦਾ। ਚਾਹੇ ਉਹਦੇ ਵਿੱਚੋਂ ਭੀਮ ਆਰਮੀ ਨਿਕਲੀ ਆ, ਚਾਹੇ BSP ਵੀ ਹੈਗੀ ਆ ਪਹਿਲਾਂ ਤੋਂ ਆਪਣੀ ਪਾਰਟੀ, ਚਾਹੇ ਸਾਹਿਬ ਜੀ ਆਏ, ਚਾਹੇ ਜਿੱਦਾਂ ਟਾਈਮ ਟੂ ਟਾਈਮ ਆਉਂਦੇ ਰਹੇ ਆਪਣੀਆਂ ਉੱਥੇ ਸਭਾ ਸੈਟੀਆਂ ਜਿਹੜੇ ਅਦਾਰੇ ਆ ਬਹੁਤ ਖੁੱਲ੍ਹ ਕੇ ਮੋਹਰੇ ਆ ਰਹੇ ਆ। ਅੱਜ ਕੱਲ੍ਹ ਉਹ ਗੱਲ ਨਹੀਂ ਰਹੀ ਕਿ ਜਦੋਂ ਪਹਿਲਾਂ ਕਹਿੰਦੇ ਸੀ ਇਹ ਚਮਾਰ ਆ ਜਾਂ ਚੂੜਾ ਆ ਜਾਂ ਕੌਣ ਵਾਲਮੀਕੀ ਆ ਜਾ ਰਿਹਾ, ਫਲਾਨਾ ਜਾ ਰਿਹਾ ਆ, ਅੱਜ ਉਹ ਕਹਿੰਦੇ ਅੰਬੇਡਕਰੀਆ ਜਾ ਰਿਹਾ ਆ। ਅੱਜ ਇਹ ਮਾਣ ਤੇ ਫਕਰ ਜਿਹੜਾ ਆ, ਇਹਦਾ ਸਿਹਰਾ ਕਿਹਨਾਂ ਲੋਕਾਂ ਨੂੰ ਜਾਂਦਾ? ਬਾਬਾ ਸਾਹਿਬ ਨੂੰ ਤਾਂ ਜਾਂਦਾ ਹੀ ਜਾਂਦਾ ਹੈ। ਕਿਹਨਾਂ ਲੋਕਾਂ ਨੂੰ ਜਾਂਦਾ ਜਿਨ੍ਹਾਂ ਨੇ ਇਹਨਾਂ ਮਿਸ਼ਨ ਨੂੰ ਅੱਗੇ ਲਿਆਂਦਾ? ਦੇਖੋ ਕਲੇਰ ਸਾਹਿਬ, ਮੇਰਾ ਆਪਣਾ ਵਿਸ਼ਵਾਸ ਆ ਕਿ ਜਿਹੜੇ ਬਾਹਰ ਆਪਣੇ ਸਾਥੀ ਰਹਿੰਦੇ ਆ, ਅਸੀਂ ਉਹਨਾਂ ਦੇ ਬੜੇ ਧੰਨਵਾਦੀ ਆ, ਕਿਉਂਕਿ ਆਪਣੇ 1 ਪਾਉਂਡ ਦੇ 80-90 ਰੁਪਏ ਵੀ ਬਣਦੇ ਆ। ਕਿਉਂਕਿ ਭਾਰਤ ਦੇ ਵਿੱਚ ਜਿੱਦਾਂ ਵੀ ਮਰਜ਼ੀ ਆ, ਜਿਹੜੇ ਆਪਣੇ ਲੋਕ ਆ ਹਾਲੇ ਫਾਈਨੈਂਸ਼ਲੀ ਉਹ ਇੰਨੇ ਤਕੜੇ ਨਹੀਂ ਹੈ। ਲੇਕਿਨ ਮੈਂ ਇਹ ਕਹੂੰਗਾ ਕਿ ਜਿਹੜੇ ਬਾਹਰ ਆਪਣੇ ਵਿਦੇਸ਼ਾਂ ਵਿੱਚ ਸਾਡੇ ਸਾਥੀ ਰਹਿੰਦੇ ਆ, ਅੰਬੇਡਕਰੀ ਰਹਿੰਦੇ ਆ, ਗੁਰੂ ਰਵਿਦਾਸ ਜੀ ਨੂੰ ਮੰਨਣੇ ਵਾਲੇ ਰਹਿੰਦੇ ਆ, ਸਾਡਾ ਭਾਰਤ ਦੇ ਵਿੱਚ ਜੋ ਹਲਚਲ ਹੋ ਰਹੀ ਆ ਆਪਣੇ ਲੋਕਾਂ ਵਿੱਚ, ਉਹਦੇ ਵਿੱਚ ਕਾਫੀ ਉਹਦਾ ਸਾਡਾ ਯੋਗਦਾਨ ਹੈ ਉਹਦੇ ਵਿੱਚ। ਤੁਹਾਨੂੰ ਯਾਦ ਹੈ ਕਿ ਅੱਜ ਤੋਂ 25-30 ਸਾਲ ਪਹਿਲਾਂ ਜਿਹੜਾ ਅਸ਼ੋਕਾ ਗਰੁੱਪ ਨੇ ਪੰਜਾਬੀ ਵਿੱਚ ਗਾਣੇ ਗਾਏ ਸੀ, ਅਸੀਂ ਉਹੀ ਲੈ ਕੇ ਫਿਰਦੇ ਹੁੰਦੇ ਸੀਗੇ, ਇੱਥੋਂ ਟੇਪਾਂ ਲੈ ਕੇ ਜਾਣੀਆਂ। ਲੇਕਿਨ ਅੱਜ ਮੇਰਾ ਖਿਆਲ ਕਿ ਸ਼ਾਇਦ ਹਫ਼ਤੇ ਵਿੱਚ ਇੱਕ ਗਾਣਾ ਜ਼ਰੂਰ ਪੰਜਾਬੀ ਦੇ ਵਿੱਚ ਬਾਬਾ ਸਾਹਿਬ ਦੇ ਉੱਤੇ ਆ ਰਿਹਾ। ਤੋ ਆਪਾਂ ਤਾਂ ਪੰਜਾਬ ਦੀ ਗੱਲ ਕਰਦੇ ਹਾਂ, ਲੇਕਿਨ ਕਿਉਂਕਿ ਮੈਂ ਤਾਂ ਸਾਰਾ ਭਾਰਤ ਘੁੰਮਦਾ, ਕੰਨਿਆ ਕੁਮਾਰੀ ਤੱਕ, ਤਾਮਿਲਨਾਡੂ ਤੱਕ, ਯਾਨੀ ਬਾਬਾ ਸਾਹਿਬ ਦਾ ਮਿਸ਼ਨ ਭਾਰਤ ਦੇ ਹਰ ਕੋਨੇ ਦੇ ਵਿੱਚ ਜਿਹੜਾ ਆ ਉਹ ਪਹੁੰਚ ਰਿਹਾ ਆ। ਅੱਜ ਜਿਹੜਾ ਇਹ ਮਨੂਵਾਦ ਹਿੰਦੁਸਤਾਨ ਦੀ ਗੱਲ ਕਰਦੇ ਆ, ਇਹ ਗੱਲ ਕਰਦੇ ਆ, ਕਨਸਟੀਟਿਊਸ਼ਨ ਬਦਲ ਦੀ ਗੱਲ ਕਰਦੇ ਆ, ਉਹਦਾ ਰੀਜ਼ਨ ਹੀ ਇਹ ਆ ਕਿ ਉਹ ਦੇਖ ਰਹੇ ਆ ਕਿ ਇਹ ਕੀ ਹੋ ਰਿਹਾ।
ਜਾਣੀ ਉਹ ਜਿਨ੍ਹਾਂ ਲੋਕਾਂ ਨੇ ਕਦੇ ਧੌਣ ਚੱਕ ਕੇ ਗੱਲ ਨਹੀਂ ਸੀ ਕੀਤੀ, ਉਹ ਅੱਜ ਆਕੜ ਕੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਰਹੇ ਆ। ਔਰ ਉਹਨਾਂ ਨੂੰ ਆਪਣਾ ਜਿਹੜਾ ਥ੍ਰੈਟ ਲੱਗਦਾ ਆ, ਉਹ ਆਪਣੇ ਆਪ ਦੇ ਵਿੱਚ ਉਹਨਾਂ ਨੂੰ ਖਤਰਾ ਲੱਗਦਾ ਕਿ ਕੀ ਸਾਡੀ ਜਿਹੜੀ ਹੋਂਦ ਆ ਉਹ ਰਹੇਗੀ ਵੀ। ਕਿਉਂ ਕਿ ਮੈਂ ਦੇਖਦਾ ਕਿ ਜਿਹੜੇ ਸਾਡੇ ਯੰਗ ਮੁੰਡੇ ਆ ਉਹ ਬਹੁਤ ਹੀ ਜਾਗਰੂਕ ਹੋ ਰਹੇ ਆ। ਅਗਰ ਇੱਕ ਮੁੰਡਾ ਇੱਕ ਕਿਤਾਬ ਪੜ੍ਹਦਾ, ਉਹ ਪੜ੍ਹ ਕੇ ਗਾਹਾਂ 10 ਨੂੰ ਦੱਸਦਾ ਆ। ਮੈਂ ਪਿਛਲੇ ਸਾਲ ਪੰਜਾਬ ਦੇ ਵਿੱਚ ਗਿਆ ਸੀਗਾ, ਮੈਂ ਇਹ ਦਾਅਵੇ ਦੇ ਨਾਲ ਕਹਿ ਸਕਦਾ ਕਿ 85% ਪਿੰਡਾਂ ਔਰ ਸ਼ਹਿਰਾਂ ਵਿੱਚ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ। ਹੁਣ ਤੁਸੀਂ ਜਾਣਦੇ ਜਦੋਂ ਆਪਾਂ ਸਕੂਲਾਂ ਵਿੱਚ ਪੜ੍ਹਦੇ ਹੁੰਦੇ ਸੀਗੇ ਤੇ ਬਾਬਾ ਸਾਹਿਬ ਦਾ ਕਿੰਨਾ ਮਨਾਇਆ ਜਾਂਦਾ, ਤੇ ਆਉਣੇ ਵਾਲੇ ਅਗਲੇ 10 ਸਾਲਾਂ 'ਚ ਕੀ ਹੋਏਗਾ ਉਹਦਾ ਵੀ ਅੰਦਾਜ਼ਾ। ਜਿਹੜੀ ਆਪਾਂ ਗੱਲ ਕਰਦੇ ਕਿ ਜਿਹੜਾ ਬਾਬਾ ਸਾਹਿਬ ਦਾ ਮਿਸ਼ਨ ਆ, ਜਿਹੜੇ ਬਾਹਰਲੀਆਂ ਕੰਟਰੀਆਂ ਸਾਡੇ ਜੇ ਇੰਗਲੈਂਡੀਆ ਦੀ ਗੱਲ ਕਰੀਏ ਤੇ ਰਤਨ ਲਾਲ ਸਾਂਪਲਾ ਜੀ ਜਿਹੜੇ ਆ, ਉਹਨਾਂ ਦਾ ਨਾਂ ਪਹਿਲੀ ਲਿਸਟ ਦੇ ਵਿੱਚ ਆਉਂਦਾ ਆ। ਉਦੋਂ ਬਾਅਦ ਫਕੀਰ ਚੰਦ ਚੌਹਾਨ ਜੀ ਆਉਂਦੇ ਆ। ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟੇਨ ਜਿਹੜੀ ਆ, ਉਹਨਾਂ ਨੇ ਬਹੁਤ ਹੀ ਕੰਮ ਕੀਤਾ ਇੰਡੀਆ ਦੇ ਲਈ। ਭਾਰਤ ਦੇਸ਼ ਦੇ ਵਿੱਚ ਸਕੂਲ ਵੀ ਖੁੱਲ੍ਹੇ ਹੋਏ ਹਨ। ਇਸੇ ਤਰ੍ਹਾਂ ਗਲਾਸਗੋ ਤੋਂ ਗਿੰਡਾ ਜੀ, ਇਸੇ ਤਰ੍ਹਾਂ ਤੋਂ ਆਪਣੀ ਜਿਹੜੀ ਤੁਹਾਡੀ ਇੱਥੇ ਦੀ ਸੰਸਥਾ ਹੈ, ਜਿਹੜੀ ਸਾਊਥ ਹਾਲ ਦੀ ਸੰਸਥਾ ਆ, ਉਹਨਾਂ ਨੇ ਯਾਨੀ ਜਿੱਥੇ ਜਿੱਥੇ ਵੀ ਸਭਾ ਸੋਸਾਇਟੀਆਂ ਸੀ, ਜਰਮਨ ਤੋਂ ਸਾਡੇ ਸਾਂਪਲਾ ਜੀ, ਸੋਹਣ ਸਾਂਪਲਾ ਜੀ, ਆਪਣੇ ਐਲਡਰਸ਼ਾਟ ਤੋਂ ਸਾਂਪਲਾ ਜੀ, ਭਗਤ ਰਾਮ ਸਾਂਪਲਾ ਜੀ, ਜਿਹੜੀਆਂ ਨੇ ਦਰਜਨਾਂ ਹੀ ਬੁੱਕਾਂ ਲਿਖੀਆਂ। ਇਹਨਾਂ ਦਾ ਯੋਗਦਾਨ ਬਹੁਤ ਰਿਹਾ ਆ। ਚਾਹੇ ਉਹਨਾਂ ਨੇ ਬੁੱਧ ਧਰਮ ਬਣਾਉਣ ਦੇ ਵਿੱਚ ਲਾਇਆ, ਚਾਹੇ ਉਹਨੇ ਬਾਬਾ ਸਾਹਿਬ ਦੇ ਮਿਸ਼ਨ ਤੇ ਲਾਇਆ, ਲੇਕਿਨ ਉਹ ਗੁਰੂਦਾਸ ਮਹਾਰਾਜ ਦੇ ਮਿਸ਼ਨ ਨੂੰ ਨਹੀਂ ਭੁੱਲੇ। ਉਹ ਗੁਰੂਦਾਸ ਮਹਾਰਾਜ ਦੇ ਮਿਸ਼ਨ ਨੂੰ ਵੀ ਨਾਲ ਲੈ ਕੇ ਚੱਲੇ ਆ। ਸਾਡਾ ਵੀ ਇਹ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜੇ ਅਸੀਂ ਸਤਿਗੁਰੂ ਦਾਸ ਮਹਾਰਾਜ ਦੀ ਗੱਲ ਕਰਦੇ ਹਾਂ, ਬਾਬਾ ਸਾਹਿਬ ਦੀ ਗੱਲ ਕਰਦੇ ਹਾਂ, ਭਗਵਾਨ ਵਾਲਮੀਕ ਦੀ ਗੱਲ ਕਰਦੇ ਹਾਂ, ਲਾਰਡ ਬੁੱਧਾ ਦੀ ਗੱਲ ਕਰਦੇ ਹਾਂ, ਤੇ ਅਸੀਂ ਇਹਨਾਂ ਨੂੰ ਇੱਕ ਮਾਲਾ ਦੇ ਵਿੱਚ ਦੇਖੀਏ, ਮੋਤੀਆਂ ਦੀ ਤਰ੍ਹਾਂ ਦੇਖੀਏ। ਨਾ ਕਿ ਇਹ ਕਹੀਏ ਬੁੱਧ ਕੌਣ ਸੀ ਤੇ ਰਵਿਦਾਸੀਆ ਕੌਣ ਸੀ, ਜਾਂ ਅੰਬੇਡਕਰੀਏ ਕੌਣ ਹੈ, ਭਗਵਾਨ ਵਾਲਮੀਕ ਕੌਣ। ਇਹ ਗੱਲਾਂ ਦੇ ਵਿੱਚੋਂ ਅਸੀਂ ਉੱਪਰ ਉੱਠ ਕੇ ਜਿੱਦਣ ਚੱਲਾਂਗੇ ਤੇ ਸਾਡਾ ਜਿਹੜਾ ਧਰਮ ਵੀ ਸਾਡੇ ਉੱਪਰ ਜਾਣਗੇ, ਤੇ ਸਾਡਾ ਜਿਹੜਾ ਜ਼ੋਰ ਸ਼ੋਰ ਹੈ ਗੌਰਮੈਂਟਾਂ ਦੇ ਵਿੱਚ ਵੀ ਪਾਵਰ ਵੀ ਬਣੇਗੀ। ਅਸੀਂ ਕਾਲਾਂ ਵੀ ਲੈਣੀਆਂ ਬ੍ਰੇਕ ਤੋਂ ਬਾਅਦ। ਜਿਨ ਵੀ ਕਾਲ ਕਰਨੀ ਹੈ 0208571505 ਉੱਤੇ ਲਾਈਵ ਕਾਲਾਂ ਲਈਆਂ ਜਾਣਗੀਆਂ। ਜਿਹੜੀ ਕਾਲ ਆ ਉਹ ਅੱਜ ਦੇ ਮੁੱਦੇ ਦੇ ਉੱਤੇ ਕੀਤੀ ਜਾਵੇਗੀ। ਇਸ ਪ੍ਰੋਗਰਾਮ ਨੂੰ ਅਸੀਂ ਹੋਰ ਕਿਸ ਤਰ੍ਹਾਂ ਵਧੀਆ ਬਣਾਉਣਾ ਆ, ਕਿਉਂਕਿ ਫਰਵਰੀ ਦਾ ਮਹੀਨਾ ਆ ਰਿਹਾ, ਗੁਰਪੁਰਬ ਆਉਣੇ ਚਾਲੂ ਹੋ ਜਾਣੇ, ਸ਼ੁਰੂ ਹੋ ਜਾਣੇ ਆ, ਤੇ ਬਨਾਰਸ ਕਾਂਛੀ ਦੇ ਵਿੱਚ ਸਤਿਗੁਰੂ ਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਣਾ ਆ। ਟ੍ਰੇਨਾਂ ਵੀ ਜਾਣੀਆਂ, ਇੰਗਲੈਂਡ ਤੋਂ ਲੋਕਾਂ ਨੇ ਵੀ ਜਾਣਾ। ਜਿਨ੍ਹਾਂ ਵੀ ਭੈਣਾਂ ਭਰਾਵਾਂ ਨੇ ਜਾਣਾ ਹੋਵੇ ਉਹ ਆਪਣਾ ਤੁਸੀਂ ਸਾਨੂੰ ਆਪਣਾ ਨਾਂ ਲਿਖਾ ਸਕਦੇ, ਦੱਸ ਸਕਦੇ ਹੋ, ਤਾਂ ਕਿ ਜਿਹੜਾ ਅਸੀਂ ਟਰਾਈ ਕਰਾਂਗੇ ਵੀ ਫਰਵਰੀ ਦੇ ਵਿੱਚ ਸਤਿਗੁਰੂ ਦਾਸ ਮਹਾਰਾਜ ਦਾ ਜਿਹੜਾ ਪ੍ਰੋਗਰਾਮ ਆ, ਅਸੀਂ ਉੱਥੋਂ ਚਾਹੇ ਕਿਸੇ ਵੀ ਤਰ੍ਹਾਂ 2 ਘੰਟੇ ਦਾ ਲਾਈਵ ਪ੍ਰੋਗਰਾਮ ਉਸੇ ਦਿਨ ਜਿਹੜਾ ਸੁਬਾਹ ਦਾ ਹੋਊਗਾ, ਜਦੋਂ ਜਿਹੜਾ ਉੱਥੇ ਆਪਣੇ ਨਿਸ਼ਾਨ ਸਾਹਿਬ ਝੁਲਦੇ ਚੜਾਏ ਜਾਣਗੇ, ਉਸ ਵੇਲੇ ਦਿਖਾਇਆ ਜਾਊਗਾ। ਅਸੀਂ ਬ੍ਰੇਕ ਤੇ ਬੈਠਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਲਾਈਵ ਕਾਲ ਲਵਾਂਗੇ। ਜੈ ਗੁਰਦੇਵ, ਜੈ ਪੀ। ਜੈ ਗੁਰਦੇਵ, ਜੈ ਭੀਮ, ਜੈ ਵਾਲਮੀਕੀ। ਤੇ ਬ੍ਰੇਕ ਤੋਂ ਬਾਅਦ ਤੁਹਾਡੇ ਰੂਬਰੂ ਹੋ ਰਹੇ ਹਾਂ। ਤੇ ਸਾਡਾ ਸਟੂਡੀਓ ਦਾ ਨੰਬਰ 0208571505 ਜਿਸ ਵੀ ਭੈਣ ਭਰਾ ਨੇ ਕਾਲ ਕਰਨੀ ਹੋਵੇ ਉਹ ਕਾਲ ਕਰ ਸਕਦੇ ਹਨ। ਤੇ ਬਿਰਦੀ ਜੀ, ਜਿਸ ਤਰ੍ਹਾਂ ਆਪਾਂ ਬਾਬਾ ਸਾਹਿਬ ਦੇ ਮਿਸ਼ਨ ਦੀ ਗੱਲ ਕਰਦੇ ਹਾਂ, ਬਾਬਾ ਸਾਹਿਬ ਦੇ ਨਾਲ ਜਿਹੜੇ ਉਹਨਾਂ ਦੇ ਵਸਤਰ ਆ ਜਾਂ ਮੈਮੋਰੀਅਲ ਕਮੇਟੀ ਕੋਲ ਆ ਜਾਂ ਇੰਡੀਆ ਦੇ ਵਿੱਚ ਬੰਬੇ ਦੇ ਵਿੱਚ ਪਏ ਹਨ, ਤੇ ਅਸੀਂ ਕਾਲ ਲੈ ਲਈਏ ਪਹਿਲਾਂ। ਜ਼ਰੂਰ। ਹੈਲੋ ਜੈਗਦੇਵ ਜੀ। ਹੈਲੋ ਜੈਗਦੇਵ ਜੀ। ਹੈਲੋ, ਸੌਰੀ। ਤੇ ਅੱਛਾ, ਜਿਸ ਤਰ੍ਹਾਂ ਮੁੰਬਈ ਦੇ ਵਿੱਚ ਵੀ ਹੈਗੇ ਆ ਬਾਬਾ ਸਾਹਿਬ ਦੇ ਵਸਤਰ ਪਏ ਜਾਂ ਜਿੱਥੇ ਜਿੱਥੇ ਵੀ ਉਹਨਾਂ ਦਾ। ਹੈਲੋ ਜੈਗਦੇਵ ਜੀ। ਹੈਲੋ, ਹਾਂਜੀ ਵੀ ਭੈਣ ਜੀ, ਕੌਣ ਤੇ ਕਿੱਥੋਂ ਬੋਲ ਰਹੇ ਜੀ? ਮੈਂ ਵੀਰ ਜੀ ਹਰਵੰਸ ਕੌਰ ਮਹੇਬ ਬੋਲਦੀ ਹਾਂ, ਬੁਲਹੈਂਪਟਨ। ਹਾਂਜੀ ਭੈਣ ਜੀ, ਵੈਲਕਮ। ਤੁਹਾਡਾ ਕੀ ਕਹਿਣਾ ਚਾਹੁੰਦੇ ਹੋ? ਥੈਂਕ ਯੂ ਵੀਰ ਜੀ। ਪਹਿਲਾਂ ਤਾਂ ਤੁਹਾਨੂੰ ਨਾ ਰਮੇਸ਼ ਵੀਰ ਜੀ ਨੂੰ ਤੇ ਨਾਲ ਬੈਠੇ ਸਾਰੇ ਵੀਰਾਂ ਨੂੰ ਬਹੁਤ ਬਹੁਤ ਪਿਆਰ ਭਰੀ ਜੈ ਗੁਰਦੇਵ। ਧੰਨਵਾਦ ਦੇਵ ਜੀ। ਤੇ ਜੈ ਭੀਮ ਜੀ। ਜੈ ਭੀਮ ਜੀ। ਹਾਂਜੀ। ਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ
ਜੀ ਕਿ ਤੁਸੀਂ ਨਾ ਜਿਹੜਾ ਕੰਚੀ ਇਹਦਾ ਨਾਮ ਰੱਖਿਆ ਨਹੀਂ ਆਜ਼ਾਦ ਟੀਵੀ ਜੀ, ਬਹੁਤ ਵਧੀਆ ਵੀਰ ਜੀ। ਇਸੇ ਤਰ੍ਹਾਂ ਤਰੱਕੀਆਂ ਕਰਦੇ ਰਹੋ ਤੇ ਚੜ੍ਹਦੀ ਕਲਾ ਚ ਰਹੋ। ਪਿਛਲੀ ਵੀਕ ਵੀ ਮੈਂ ਬਹੁਤ ਫੋਨ ਕੀਤਾ ਸੀਗਾ ਪਰ ਮੇਰਾ ਫੋਨ ਲੱਗਿਆ ਨਹੀਂ ਸੀ। ਚਲੋ ਸੌਰੀ ਜੀ, ਹੈ ਨਾ, ਠੀਕ। ਹਾਂਜੀ Thank- ਲਾਈਨਾਂ ਬਹੁਤ ਬਿਜੀ ਸੀਗੀਆਂ ਪਿਛਲੀ ਹਾਂਜੀ। ਵੀਕ, ਤਾਂ ਸੋ ਮੈਂ ਅੱਜ ਪਹਿਲਾਂ ਹੀ ਫੋਨ ਲਾ ਲਿਆ। ਅੱਛਾ ਜੀ, ਠੀਕ ਹੈ। ਧੰਨਵਾਦ ਭੈਣ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਭੈਣਾਂ ਦਾ। ਤੇ ਇਸ ਮੇਰੇ ਸਾਰੇ ਪਰਿਵਾਰ ਵੱਲੋਂ ਤੇ ਜੀ। ਮੇਰੇ ਸਾਹਿਬ ਜੀ ਵੱਲੋਂ ਬਹੁਤ ਬਹੁਤ ਤੁਹਾਨੂੰ ਵਧਾਈਆਂ। ਜੈ ਗੁਰਦੇਵ ਜੀ, ਜੈ ਗੁਰਦੇਵ, ਜੈ ਭੀਮ। ਤੇ ਸਾਡੇ ਬੀਬੀ ਹਰਵੰਸ ਮਹੇਸ਼ ਜੀ ਬੁਰਲਹਿੰਟਨ ਤੋਂ, ਤੇ ਜਿਨ੍ਹਾਂ ਨੇ ਸਾਨੂੰ ਵਧਾਈਆਂ ਦਿੱਤੀਆਂ ਪ੍ਰੋਗਰਾਮ ਦੀਆਂ। ਤੇ ਜੇ ਇਸ ਤਰ੍ਹਾਂ ਅਸੀਂ ਰਲ ਮਿਲ ਕੇ ਭੈਣ ਭਰਾ ਇੱਕ ਦੂਜੇ ਨੂੰ ਹੌਸਲਾ ਅਫਜ਼ਾਈ ਕਰਾਂਗੇ ਤੇ ਜ਼ਰੂਰ ਆ ਜਿਹੜੀ ਆ ਉਹ ਜਿਹੜੀ ਤੁਹਾਡਾ ਟਾਰਗੇਟ ਆ ਉੱਥੇ ਤੁਸੀਂ ਪਹੁੰਚ ਸਕਦੇ ਆ। ਆਪਣੇ ਮਿਸ਼ਨ ਦੀ, ਆਪਣੇ ਧਰਮ ਦੀ ਖੁੱਲ੍ਹ ਕੇ ਗੱਲ ਕਰ ਸਕਦੇ ਹੋ। ਤੇ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਵੀ ਤੁਸੀਂ ਰਾਹੇ ਵਗਾਹੇ ਭੁੱਲ ਜਾਂਦੇ ਹੋ। ਆਪਣੇ ਮਿਸ਼ਨ ਦੀ ਕਰਨੀ ਹੋਈ ਆ ਜਾਂ ਧਰਮ ਦੀ ਗੱਲ ਕਰਨੀ ਆ, ਉਹ ਅਸੀਂ ਦੋਨੇ ਕਲੈਸ਼ ਕਰ ਲੈਂਦੇ ਆ। ਹੈਲੋ ਜੈ ਗੁਰਦੇਵ ਜੀ। ਹੈਲੋ ਜੈ ਗੁਰਦੇਵ, ਜੈ ਭੀਮ ਜੀ। ਜੈ ਭੀਮ ਜੀ। ਭੈਣ ਜੀ ਕੌਣ ਤੇ ਕਿਤੋਂ ਬੋਲ ਰਹੇ ਜੀ? ਹਾਂਜੀ ਭਾਜੀ, ਮੈਂ ਸੱਤਿਆ ਰਤੂ ਬੋਲਦੀ ਹਾਂਜੀ ਭੈਣ ਜੀ, ਸੱਤਿਆ ਰਤੂ ਜੀ, ਕੀ ਕਹਿਣਾ ਚਾਹੁੰਦੇ ਹਾਂਜੀ ਹੋ? ਬੁਲਵਰਹੈਂਪਟਨ ਤੋਂ। ਹਾਂਜੀ ਹਾਂਜੀ ਭਾਜੀ ਮੈਂ ਇਹ ਤੁਸੀਂ ਹੈ ਨਾ ਜਾਣਕਾਰੀ ਦਿੱਤੀ ਵੀ ਆਪਣੇ 64 ਦੇ ਵਿੱਚ ਜਿਹੜਾ ਆਪਣੇ ਇੰਡੀਆ ਦੇ ਵਿੱਚ ਰਾਮ ਪ੍ਰਕਾਸ਼ ਦੀ ਹੋਈ ਸੀ ਨਾ ਮੌਤ ਜੀ। ਸ਼ਹੀਦੀ। ਮੈਂ ਕਿਹਾ ਉਸ ਮੋਰਚੇ 'ਚ ਅਸੀਂ ਹੁੰਦੇ ਸੀਗੇ। ਅੱਛਾ ਜੀ, ਹਾਂਜੀ ਮੈਂ ਵੀ ਉਸੇ ਪਿੰਡ ਦੀ ਆ, ਅੱਛਾ ਜੀ। ਆਬਾਦਪੁਰੇ ਦੀ। ਨਹੀਂ ਫਿਰ ਸਾਡੇ ਭੈਣਾਂ ਹੀ, ਅਸੀਂ ਤਾਂ ਭੈਣ ਹੀ ਕਿਹਾ, ਹੁਣ ਭੈਣ ਹੀ ਲੱਗੀ, ਸਾਡੇ ਵੀ ਗੁਆਂਢੀ ਆ ਅਸੀਂ ਵੀ। ਮੈਂ ਅੱਛਾ ਵੀ ਜੀ, ਉੱਥੇ ਦੀ ਆ। ਠੀਕ। ਤੇ ਮੈਂ ਕਿਹਾ ਉਹ ਯਾਦ ਉਹ ਮੁੜ ਕੇ ਸਾਨੂੰ ਆ ਗਈ ਜੀ। ਜਦੋਂ ਟਾਈਮ ਤਕਾਲਾਂ ਦਾ ਹੁੰਦਾ ਸੀ ਨਾ, ਜੀ। ਅਸੀਂ ਲੇਡੀਜ਼ ਸਭ ਨੂੰ ਇਕੱਠੀਆਂ ਹੋ ਕੇ ਅੱਛਾ ਜੀ, ਤੇ ਸ਼ਾਮ ਨੂੰ ਚਲੇ ਜਾਣਾ ਉੱਥੇ। ਜੀ। ਇੱਕ ਦਿਨ ਉਹਨਾਂ ਨੇ ਜਿੱਦਾਂ ਐਲਾਨ ਕਰ ਦਿੱਤਾ ਵੀ ਜਿੰਨੀਆਂ ਲੇਡੀ ਬੁੜੀਆਂ ਆ ਇਹਨਾਂ ਦੀਆਂ ਉਹ ਵੀ ਅੰਦਰ ਕਰੋ। ਅੱਛਾ ਜੀ, ਤੇ ਜੋ ਸਾਡਾ ਪਿੰਡ ਸੀ ਨਾ ਸਾਰਾ ਲੇਡੀਜ਼ ਦਾ, ਹਾਂਜੀ। ਸਭ ਅਸੀਂ ਉੱਥੇ ਚਲੇ ਗਈਆਂ। ਇੱਕ ਸਾਡੀ ਭੂਆ ਲੱਗਦੀ ਸੀ, ਸਿਆਣੀ ਸੀਗੀ, ਅੱਛਾ ਜੀ, ਉਹਨਾਂ ਨੇ ਜਿੱਦਾਂ ਬੁੜੀਆਂ ਮਕਾਣੇ ਨਹੀਂ ਜਾਂਦੀਆਂ ਹੁੰਦੀਆਂ, ਹਾਂਜੀ। ਸਿਰ ਖੋਲ ਲਿਆ। ਠੀਕ। ਅਸੀਂ ਜਾ ਕੇ ਉੱਥੇ ਮੋਹਰੇ ਬਹਿ ਗਏ ਵੀ ਸਾਨੂੰ ਅੰਦਰ ਕਰੋ। ਠੀਕ ਤੇ ਉਹ ਸਾਨੂੰ ਯਾਦ ਆ ਵੀ ਅਸੀਂ ਬਹੁਤ ਉਹਦੇ ਵਿੱਚ ਜੀ। ਏਦਾਂ ਦੇ ਕੰਮ ਕੀਤੇ ਤੇ ਸਾਨੂੰ ਉਹੀ ਬਾਬਾ ਸਾਹਿਬ ਦੀ ਯਾਦ ਠੀਕ, ਹੈ ਵੈਰੀ ਗੁੱਡ ਜੀ। ਉਹ ਸਾਡੇ ਨਾਲ। ਭੈਣ ਜੀ ਅੱਜ ਵੀ ਤੁਸੀਂ ਬਾਬਾ ਸਾਹਿਬ ਦੇ ਮਿਸ਼ਨ ਨਾਲ ਲੱਗੇ ਹੋਏ ਹੋ, ਜੁੜੇ ਹੋਏ ਹੋ? ਹਾਂਜੀ ਅਸੀਂ ਪਹਿਲਾਂ ਤੋਂ ਇੰਡੀਆ ਦੇ ਵਿੱਚ ਵੀ ਜੀ। ਸਾਡੀ ਫੈਮਿਲੀ ਸ਼ਾਬਾਸ਼ ਦੇ ਹੈ। ਜਿੰਨੇ ਬੰਦੇ ਸੀ ਸਭ ਅੰਦਰੋਂ ਨਹੀਂ ਕਰ ਦਿੱਤੇ ਸੀਗੇ ਜੀ ਤੇ ਅਸੀਂ ਬੜਾ ਡਟ ਕੇ ਉਹਨਾਂ ਦਾ ਉਦੋਂ ਮੁਕਾਬਲਾ ਕੀਤਾ ਸੀਗਾ। ਜੀ। ਤੇ ਮੈਂ ਸੋਚਦੀ ਆ ਵੀ ਅੱਜ ਕੱਲ ਤਾਂ ਨਹੀਂ ਉਦਾਂ ਉਹਨਾਂ ਕਰ ਸਕਦੇ ਜਿਹੜਾ ਸਾਡੇ ਟਾਈਮ 'ਚ ਅਸੀਂ ਦੇਖਿਆ ਆ। ਜੀ। ਤੇ ਬਹੁਤ ਸੋਹਣਾ ਤੁਹਾਡਾ ਪ੍ਰੋਗਰਾਮ Thank- ਚੱਲਦਾ ਆ ਤੇ ਮੈਂ ਤੁਹਾਨੂੰ ਵਧਾਈ ਦਿੰਨੀ ਆ। ਧੰਨਵਾਦ। ਬਾਬਾ ਸਾਹਿਬ ਨੇ ਜੋ ਕੁਝ ਸਾਡੇ ਜੀ। ਲਈ ਕੀਤਾ, ਸਾਡੇ ਲਈ ਲੇਡੀਜ਼ ਲਈ ਜੋ ਕੁਝ ਕੀਤਾ, ਅਸੀਂ ਕਦੀ ਭੁਲਾ ਨਹੀਂ ਭੁੱਲ ਸਕਦੇ। ਠੀਕ ਹੈ, ਸਹੀ ਨਹੀਂ, ਗੱਲ। ਇੱਕ ਟਾਈਮ ਸਾਨੂੰ ਪੈਰ ਦੀ ਜੁੱਤੀ ਸਮਝਿਆ ਸਰ। ਬਾਬਾ ਜੀ। ਸਾਹਿਬ ਨਾ ਆਉਂਦੇ ਤਾਂ ਅਸੀਂ ਪਤਾ ਨਹੀਂ ਕਿੱਥੇ ਹੋਣਾ ਸੀ। ਜੀ। ਅਸੀਂ ਅੱਜ ਇੱਥੇ ਨਾ ਬੈਠੇ ਹੁੰਦੇ। ਭੈਣੇ ਸਿਰਫ ਆਪਣੇ ਸਮਾਜ ਦੀਆਂ ਔਰਤਾਂ ਲਈ ਨਹੀਂ, ਭਾਰਤ ਸਾਰੇ ਦੀ ਸਮਾਜ ਹਰ ਦੀਆਂ ਔਰਤ ਔਰਤਾਂ ਲਈ। ਹੈ, ਜੀ। ਇੱਕ ਲਈ ਨਹੀਂ ਹੈਗਾ। ਹਾਂ। ਪਰ ਉਹਨਾਂ ਨੇ ਲੋਕਾਂ ਨੂੰ ਮੰਨਣਾ ਨਹੀਂ ਹੈਗਾ, ਉਹਨਾਂ ਨੂੰ ਤਾਂ ਆਪਣੇ ਹਾਂਜੀ। ਭਗਵਾਨ ਨੂੰ ਮੋਹਰੇ ਲਿਆਉਣਾ। ਠੀਕ ਭੈਣ ਜੀ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਹਾਂਜੀ ਮੈਂ ਇਹ ਗੱਲ ਕਹੂੰਗੀ, ਹਾਂਜੀ। ਸੰਵਿਧਾਨ ਦੇ ਅੱਗੇ ਉਹਨਾਂ ਦਾ ਭਗਵਾਨ ਵੀ ਝੁਕਦਾ ਆ। ਜੀ। ਤੇ ਜੈ ਗੁਰਦੇਵ, ਜੈ ਭੀਮ। ਜੈ ਗੁਰਦੇਵ, ਜੈ ਭੀਮ ਜੀ। ਇਹ ਭੈਣ ਜੀ ਸੱਤਿਆ ਜੀ, ਦੇਖੋ ਜਿਹੜੀਆਂ ਪੁਰਾਣੀਆਂ ਯਾਦਾਂ, ਜਿਹੜੀ 1964 ਦੀ ਗੱਲ ਕੀਤੀ ਆ, ਉਹਦੇ ਵਿੱਚ ਇਹ ਭੈਣ ਜੀ ਹੁਣੀ ਕਹਿੰਦੇ ਅਸੀਂ ਉਸ ਉੱਥੇ ਦੇ ਉਸ ਏਰੀਏ ਦੇ ਉਸ ਵੇਲੇ ਵਿੱਚ ਸੀਗੇ, ਲੇਕਿਨ ਅਸੀਂ ਤਾਂ ਉਦੋਂ ਹੈ ਨਹੀਂ ਸੀਗੇ ਉੱਥੇ ਉਸ ਵੇਲੇ, ਲੇਕਿਨ ਉਹਨਾਂ ਨੇ ਆਪਣੀ ਹੱਡ ਬੀਤੀ। ਹੈਲੋ ਜੈ ਗੁਰਦੇਵ ਜੀ। ਹਾਂਜੀ ਜੈ ਗੁਰਦੇਵ ਅੰਕਲ ਜੀ, ਮੈਂ ਅੰਜੂ ਬੋਲਦੀ ਕਮੈਂਟਰੀ ਤੋਂ। ਹਾਂਜੀ ਬੇਟੇ ਅੰਜੂ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਮੈਨੂੰ ਤੁਹਾਡਾ ਪ੍ਰੋਗਰਾਮ ਨਵਾਂ ਆਜ਼ਾਦ ਟੀਵੀ ਨਵਾਂ ਪ੍ਰੋਗਰਾਮ ਚੈਨਲ ਖੁੱਲਿਆ, ਬਹੁਤ ਵਧਾਈਆਂ ਤੁਹਾਨੂੰ ਜੀ। ਤੁਹਾਨੂੰ ਵੀ ਜੀ। ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅੱਜ? ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਫਿਲਹਾਲ ਇਹੀ ਕਹਿਣਾ ਚਾਹੁੰਦੇ ਕਿ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਚੱਲ Thank ਰਿਹਾ ਹੈ ਔਰ ਤੁਹਾਨੂੰ ਚੈਨਲ ਦੀਆਂ ਨਵੀਆਂ ਵਧਾਈਆਂ। ਥੈਂਕ ਯੂ, ਧੰਨਵਾਦ ਬੇਟੇ, ਬਹੁਤ ਹਾਂਜੀ, ਬਹੁਤ। ਅੰਜੂ ਜੀ ਬੇਟੇ ਬਹੁਤ ਬਹੁਤ ਧੰਨਵਾਦ ਤੁਹਾਡਾ, ਕੁਐਂਟੀ ਤੋਂ ਤੁਸੀਂ ਫੋਨ ਕੀਤਾ। ਤੇ ਜੈ ਗੁਰਦੇਵ, ਧੰਨ ਗੁਰਦੇਵ। ਤੇ ਅਸੀਂ ਗੱਲ ਕਰਦੇ ਜਿਹੜੀ ਪੁਰਾਣੀਆਂ ਯਾਦਾਂ ਆ, ਜਿਹੜੀ ਯਾਦਾਂ ਮਤਲਬ ਉਹ ਤੁਹਾਡੇ ਜਿਹੜੀਆਂ ਸੀਨੇ ਦੇ ਵਿੱਚ ਉਕਰੀਆਂ ਹੋਈਆਂ ਹਨ, ਉਹਨਾਂ ਨੂੰ ਯਾਦ ਕਰਨ ਦੀ ਲੋੜ ਨਹੀਂ ਹੁੰਦੀ, ਉਹਨਾਂ ਨੂੰ ਆਪਣੇ ਆਪ ਯਾਦ ਆ ਜਾਂਦੀਆਂ। ਜਦੋਂ ਤੁਸੀਂ ਇੱਕ ਚੀਜ਼ ਨੂੰ ਟੱਚ ਕਰਦੇ ਆ ਤਾਂ ਦੂਸਰੀ ਚੀਜ਼ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਂਦੀ ਆ ਕਿ ਉਸ ਸਮੇਂ ਦੇ ਵਿੱਚ। ਹੈਲੋ ਜੈ ਗੁਰਦੇਵ ਜੀ। ਹੈਲੋ ਜੈ ਗੁਰਦੇਵ ਭਾਜੀ। ਹਾਂਜੀ ਤੇ ਸਰਬਜੀਤ ਜੀ। ਹਾਂਜੀ ਹਾਂਜੀ ਭੈਣ ਜੀ, ਕੀ ਕਹਿਣਾ? ਭਾਜੀ ਉਹਨਾਂ ਨੂੰ ਤੇ ਹਾਂਜੀ। ਨਾਲ ਬੈਠੇ ਭਾਜੀ ਸੋਂਦੀ ਭਾਜੀ ਉਹਨਾਂ ਨੂੰ ਵੀ ਸਾਡੇ ਵੱਲੋਂ ਜੈ ਗੁਰਦੇਵ। ਜੈ ਹਾਂਜੀ ਸੁੰਡ ਜੀ ਆ ਜੀ। ਹਾਂਜੀ ਹਾਂਜੀ ਹਾਂਜੀ। ਤੇ ਜਿਸ ਤਰ੍ਹਾਂ ਇਹ ਦਸੰਬਰ ਦਾ ਮਹੀਨਾ ਆਪਣੇ ਸਾਡੇ ਭਾਰਤ ਰਤਨ ਬਾਬਾ ਸਾਹਿਬ ਜੀ ਉਹਨਾਂ ਦੇ ਪ੍ਰੀ ਨਿਰਵਾਣ ਦਿਵਸ ਦਾ ਹੀ ਮਨਾਇਆ ਜਾਂਦਾ ਆ ਜੀ। ਤੇ ਸਾਰੇ ਅੱਜ ਤੱਕ ਭੈਣਾਂ ਦੇ ਫੋਨ ਆ ਰਹੇ ਆ, ਬੜੀ ਖੁਸ਼ੀ ਦੀ ਗੱਲ ਹੈ। ਬਹੁਤ ਅੱਛੀ ਗੱਲ। ਭੈਣਾਂ ਲਈ ਉਹਨਾਂ ਨੇ ਕੀਤਾ ਵੀ ਬਹੁਤ ਕੁਝ ਆ ਸਾਡੇ ਲੇਡੀਜ਼ ਵਾਸਤੇ। ਜੀ।
ਤੇ ਮੈਂ ਜਿੱਦਾਂ ਨਾ ਬੈਠੇ ਆਪਣੇ ਭਾਜੀ ਬਿਰਦੀ ਜੀ ਹੁਣੀ, ਮੈਂ ਉਹਨਾਂ ਨੂੰ ਜਿੱਦਾਂ ਪੁੱਛ, ਉਹਨਾਂ ਨੂੰ ਬਹੁਤ ਨੌਲੇਜ ਆ, ਤੁਸੀਂ ਦੱਸਿਆ ਕਿ ਬੜੇ ਕੰਮ ਕਰਦੇ ਆ ਭਾਰਤ ਦੀ ਧਰਤੀ ਦੇ ਵੀ ਕੋਨੇ-ਕੋਨੇ ਤੇ ਜਾਂਦੇ ਆ। ਹਾਂਜੀ, ਮੇਰਾ ਖਿਆਲ ਇਹਨਾਂ ਨੂੰ ਔਰਤਾਂ ਨਾਲ ਵੀ, ਭੈਣਾਂ ਨਾਲ, ਬੇਟੀਆਂ ਨਾਲ ਹੋ ਸਕਦਾ ਮਿਲਣ ਦਾ ਬਹੁਤ ਟਾਈਮ ਇਹਨਾਂ ਨੂੰ ਗੱਲਬਾਤ ਕਰਨ ਦਾ ਮਿਲਦਾ ਹੋਵੇ ਜੀ। ਪਰ ਮੈਂ ਜਿਸ ਹਿਸਾਬ ਨਾਲ ਭਾਜੀ ਅਸੀਂ ਨੋਟ ਕੀਤਾ ਆ, ਹੁਣ ਅਸੀਂ ਵੀ ਸੰਡੇ ਨੂੰ ਸਾਡੇ ਵੀ ਗੁਰੂ ਘਰ ਦੇ ਵਿੱਚ ਅਸੀਂ ਬਾਬਾ ਸਾਹਿਬ ਜੀ ਦਾ ਪ੍ਰੀਨਿਰਵਾਣ ਦਿਵਸ ਮਨਾ ਰਹੇ ਆ ਜੀ। ਅਸੀਂ ਹਰ ਵਾਰੀ ਜਦੋਂ ਵੀ ਕੋਈ ਪ੍ਰੋਗਰਾਮ ਰੱਖਦੇ ਆ, ਚਾਹੇ ਜਿੱਦਾਂ ਦਾ ਮਰਜ਼ੀ ਹੋਵੇ, ਸਟੇਜ ਤੇ ਹੋਵੇ ਜਾਂ ਮੰਚਾਂ ਤੇ ਹੋਵੇ, ਆਪਾਂ ਬਹੁਤ ਕਹਿੰਦੇ ਆ ਵੀ ਸਾਡੀ, ਜਿੱਦਾਂ ਭਾਜੀ ਹੁਣੀ 2 ਮਿੰਟ ਪਹਿਲਾਂ ਕਹਿ ਕੇ ਹਟੇ ਆ ਵੀ ਸਾਡੀ ਕੌਮ ਦੀਆਂ ਨਹੀਂ, ਦੁਨੀਆ ਭਾਰਤ ਦੇਸ਼ ਦੀ ਹਰ ਲੇਡੀ ਵਾਸਤੇ ਉਹਨਾਂ ਨੇ ਬਰਾਬਰ ਦੇ ਹੱਕ ਲੈ ਕੇ ਦਿੱਤੇ, ਕੋਈ ਸ਼ਰਤ ਨਹੀਂ। ਅਸੀਂ ਔਰਤਾਂ ਬੜੇ ਉੱਚੇ ਉੱਚੇ ਅਹੁਦਿਆਂ ਤੇ ਵੀ ਆ, ਪਰ ਔਰਤਾਂ ਭਾਜੀ ਆਉਂਦੀਆਂ ਨਹੀਂ ਅੱਗੇ। ਜਦੋਂ ਆਪਾਂ ਪ੍ਰਚਾਰ ਕਰਦੇ ਆ ਹਰ ਗੱਲ ਦੇ ਵਿੱਚ ਸਾਨੂੰ ਬਾਬਾ ਸਾਹਿਬ ਦਾ ਨਾਮ ਆਉਂਦਾ, ਅਸੀਂ ਮਾਣ ਨਾਲ ਕਹਿੰਦੇ ਸਾਡੀ ਭੈਣਾਂ ਲਈ, ਬੇਟੀਆਂ ਲਈ, ਸਾਡੇ ਔਰਤਾਂ ਵਾਸਤੇ ਕਰਕੇ, ਪਰ ਔਰਤਾਂ ਅੱਜ ਦੀ ਤਰੀਕ ਵਿੱਚ ਜਦੋਂ ਬਾਬਾ ਸਾਹਿਬ ਦੀ ਗੱਲ ਹੁੰਦੀ ਆ ਉਹ ਅੱਗੇ ਕਿਉਂ ਨਹੀਂ ਆਉਂਦੀਆਂ, ਹਿੱਸਾ ਨਹੀਂ। ਸਰਬਜੀਤ ਜੀ ਤੁਸੀਂ ਇਹ ਦੱਸੋ ਪਹਿਲਾਂ, ਤੁਸੀਂ ਹੁਣੇ ਕਹਿ ਕੇ ਹਟੀਆਂ ਵੀ ਜਿੰਨੀਆਂ ਆਈਆਂ ਬੀਬੀਆਂ ਦੇ ਫੋਨ ਆਏ ਆ, ਤੁਸੀਂ ਕਿੱਦਾਂ ਕਹਿ ਸਕਦੇ ਹੋ ਅੱਗੇ ਨਹੀਂ ਆਉਂਦਾ? ਨਹੀਂ ਦੇਖੋ ਭਾਜੀ, ਕਾਲ ਕਰਨੀ, ਤੁਹਾਡੀ ਹੌਸਲਾ ਅਫਜ਼ਾਈ ਕਰਨੀ ਉਹ ਅਲੱਗ ਗੱਲ ਆ, ਮਿਸ਼ਨ ਦੇ ਵਿੱਚ ਹਿੱਸਾ ਲੈਣਾ ਭਰਾਵਾਂ ਦੇ ਨਾਲ ਰਲ ਕੇ ਵੀ ਹਾਂ, ਜਿੱਥੇ ਸਾਡੇ ਨਾਲ ਜਦੋਂ ਸਾਡੀ, ਤੁਸੀਂ ਪਹਿਲਾਂ ਕਹਿ ਕੇ ਹਟਿਆ ਵੀ ਭਾਰਤ ਦੀ ਧਰਤੀ ਤੇ, ਚਲੋ ਤੁਸੀਂ ਵਧਾਈਆਂ ਦਿੱਤੀਆਂ ਕਮਲਨਾਥ ਨੂੰ, ਹਨਾ, ਮੁੱਖ ਮੰਤਰੀ ਬਣਿਆ, ਭਾਰਤੀ ਧਰਤੀ ਤੇ ਕਿੰਨਾ ਯੂਪੀਆ ਚ ਜੋ ਬੇਟੀਆਂ ਦੇ ਰੇਪ ਹੁੰਦੇ ਆ, ਸਾਰਾ ਕੁਝ। ਜਦੋਂ ਅਸੀਂ ਘਰ ਦੇ ਫੈਮਿਲੀ ਮੈਂਬਰ ਦੀਆਂ ਔਰਤਾਂ ਨਹੀਂ, ਅਸੀਂ ਉਹਨਾਂ ਦਾ ਵਿਰੋਧ ਕਰਦੇ, ਅਸੀਂ ਬੰਦਿਆਂ ਤੇ ਭਰਾਵਾਂ ਤੇ ਪੇਵਾਂ ਤੇ ਅਸੀਂ ਉਹਨਾਂ ਨੂੰ ਕਹਿ ਦਿੰਦੇ ਵੀ ਚਲੋ ਆਓ, ਅਸੀਂ ਔਰਤਾਂ ਕਿਉਂ ਨਹੀਂ ਅੱਗੇ ਆਉਂਦੀਆਂ ਏਦਾਂ ਦੇ ਕੰਮਾਂ ਦਾ ਵਿਰੋਧ ਕਰਨ ਵਾਸਤੇ? ਮੈਂ ਭਾਜੀ ਹੁਣੀ ਜਿੱਦਾਂ ਵੀ ਤੁਸੀਂ ਦੱਸਿਆ ਭਾਰਤ ਦੇ ਕੋਨੇ-ਕੋਨੇ ਚ ਜਾਂਦੇ ਆ, ਇਹ ਬਹੁਤ ਵੱਡੀ ਮੁੱਦਾ ਆ ਵੀ ਅਸੀਂ ਖੁਦ ਕਿਉਂ ਨਹੀਂ ਉਹਨਾਂ ਦਾ ਮੁਕਾਬਲਾ ਕਰਦੀਆਂ? ਸਾਡੇ ਕੋਲ ਅੱਜ ਹਰ ਪੜ੍ਹਾਈ ਦਾ ਹਥਿਆਰ ਵੀ ਆ, ਅਸੀਂ ਹਥਿਆਰ ਚੱਕ ਵੀ ਸਕਦੀਆਂ ਆਪਣੀ ਇੱਜ਼ਤ ਦੀ, ਆਪਣੀ ਰਖਵਾਲੀ ਕਰਨ ਵਾਸਤੇ, ਨਾ। ਮੈਂ ਭਾਜੀ ਉਹਨਾਂ ਨੂੰ, ਬਿਰਦੀ ਜੀ ਉਹਨਾਂ ਨੂੰ ਪੁੱਛਣੀ ਹੈ ਜੀ, ਇਹ ਐਂਡ ਤੇ ਤੁਹਾਨੂੰ ਜਵਾਬ ਦੇਣਗੇ, ਫਿਰ ਐਂਡ ਤੇ ਜਵਾਬ ਦੇਵਾਂਗੇ। ਤੇ ਹਾਂਜੀ, ਥੈਂਕ ਯੂ, ਜੈ ਗੁਰਦੇਵ, ਜੈ ਭੀਮ ਜੀ। ਥੈਂਕ ਯੂ। ਤੇ ਇਹ ਸਨ ਸਰਬਜੀਤ ਜੀ ਜਿਨ੍ਹਾਂ ਨੇ ਬੜੇ ਵਿਚਾਰ ਨੇ। ਦੇਖੋ ਲੇਡੀਜ਼ ਦਾ ਜਿਹੜਾ ਕੰਮ ਆ, ਲੇਡੀਜ਼ ਆਪਾਂ ਇਹ ਨਹੀਂ ਕਹਿ ਸਕਦੇ ਨਹੀਂ ਆ ਰਹੀਆਂ। ਅੱਜ ਭਾਰਤ ਦੇਸ਼ ਦੀ ਧਰਤੀ ਤੇ ਦੇਖੋ ਸਾਡੀਆਂ ਬੱਚੀਆਂ ਜਿਹੜੀਆਂ ਬੜੇ ਬੜੇ ਅਹੁਦਿਆਂ ਦੇ ਉੱਤੇ ਹਨ, ਤੇ ਅਸੀਂ ਕਿੱਦਾਂ ਕਹਿ ਸਕਦੇ ਹਾਂ ਵੀ ਸਾਡੀਆਂ। ਹੈਲੋ ਜੈ ਗੁਰਦੇਵ ਜੀ। ਹੈਲੋ ਜੈ ਗੁਰਦੇਵ ਵੀਰ ਜੀ। ਹੈਲੋ ਕਲੇਰ ਸਾਹਿਬ। ਹਾਂਜੀ, ਕੌਣ ਤੇ ਕਿੱਥੋਂ ਬੋਲ ਰਹੇ ਜੀ? ਜੈ ਭੀਮ। ਜੈ ਗੁਰਦੇਵ, ਮੈਂ ਚਾਵਲਾ ਬੋਲ ਰਿਹਾ ਜੀ। ਹਾਂਜੀ, ਲੰਡਨ ਤੋਂ ਚਾਵਲਾ ਸਾਹਿਬ, ਆਓ ਜੀ। ਹਾਂਜੀ, ਚਾਵਲਾ ਦੀ ਸੋਚ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ, ਔਰ ਜਬ ਨਾਂ ਵੀ ਜਿਹੜਾ ਬੜਾ ਅੱਛਾ ਰੱਖਿਆ ਜੀ, ਔਰ ਸੋਚ ਵੀ ਕੌਮ ਨੂੰ ਚਾਹੀਦੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ। तो बहुत ही अच्छा प्रोग्राम चल रहा है, ठीक ठाक है। जेड़ा भी टॉपिक है कोई भी है, नाल पतवंते सज्जन बैठे हैं, सुरेंद्र जी और बिरदी होनी, थैंक यू वेरी मच। उन्होंने भी मेरी वालों उन्होंने भी जय भीम प्यार भरी जय भीम जी। हाँ जी, बाबा साहब दा तो इस तरह आ कि बाबा साहब जिस वेले अमेरिका दे विच गए सके तो उत्थे बाबा साहब सोचते हुंदे सी कि कदी मेरे भारत दे विच अगर मैं जावां वापस तां किते उत्थे भी इदां दा अमरीका वर्गा हो जाऊगा, कोई पुछगिछ ना करूगा, कोई किसी तो नफरत ना करूगा। अखीरी महाराज होया कि उथों वापस जो बाबा साहब सियाजी राव गायकवाड़ दा वादा जिहड़ा प्रॉमिस सी पूरा करन लई जदों बड़ौदा दे विच पहुंचे तो जो बाबा साहब दे नाल होया वो लंबी नहीं गल, ते उत्थे तुहानूं पता सारिआं नूं पता कि किहो जिहा उत्थे दे जिहड़े आदमी अंदर काम करने वाले सी, उन्हीं लोगों ने उत्थे दे मनीम जिन्हां नूं आपां कहने मनीम इहो जिहा मतलब बाबा साहब दे नाल सलूक कीता। तो उत्थों बाबा साहब ने 13 अक्तूबर 1935 नूं बड़ौदरा दे विच संकल्प लिया सी कि अगर मैं ये जिहड़ी व्यवस्था इहनूं नहीं बदली करके इहनूं एक बारी लैंदे पासे चढ़ते पासे सूरज नूं मैं कुछ ना कर दिता तो फिर मैं अपने आप नूं गोली मार लूंगा। ये बाबा साहब दा संकल्प सी और इसे करके ही बाबा साहब ने उस दिन तो संकल्प दे नाल ही अज तक बाबा साहब जिहड़ा आखिरी सवास तक उन्हां नूं ਉਹੀ ਗੱਲ ਜਿਹੜੀ ਸੀ ਸਤਾਉਂਦੀ ਸੀ। ਧੰਨਵਾਦ ਚਾਵਲਾ ਜੀ। ਚਾਵਲਾ ਜੀ ਤੁਹਾਡੇ ਕੋਲ, ਤੁਸੀਂ ਮੈਨੂੰ ਪਤਾ ਤੁਹਾਡੇ ਕੋਲ ਬਹੁਤ ਗਿਆਨ ਆ, ਤੁਸੀਂ ਬਾਬਾ ਸਾਹਿਬ ਦੀ ਕੱਲੀ ਕੱਲੀ ਜਿਹੜੀ ਵੀਡੀਓ ਆ ਉਹਨਾਂ ਦੇ ਜਿਹੜੇ ਭਾਸ਼ਣ ਆ ਤੁਸੀਂ ਉਹ ਰਿਕਾਰਡ ਕਰਾ ਕੇ ਰੱਖੇ ਹੋਏ ਆ। ਬਾਕੀ 1964 ਨੂੰ
ਮੈਂ ਆਪ ਰਹਿ ਕੇ ਆਇਆ 29 ਦਿਨ ਜੇਲ੍ਹ ਦੇ ਵਿੱਚ ਜਲੰਧਰ। ਬਿਲੋਈ ਰਾਮ ਬਾਲੀ ਵੀ ਸੀ, ਚੰਦ ਤੜਕ ਸੀ, ਪਿਆਰਾ ਰਾਮ ਧੈਨੋ ਵਾਲੀ ਸੀ, ਹਾਂਜੀ ਧੈਨੋ ਵਾਲੀ, ਹਾਂਜੀ। ਔਰ ਇਹ ਜਿਹੜਾ ਪਿਆਰਾ ਲਾਲ ਧੈਨੋ ਵਾਲੀ, ਇਹਦਾ ਮੈਂ ਸਿਰ ਝੱਸਦਾ ਹੁੰਦਾ ਸੀ ਕਿਉਂ ਇਹ ਬੇਵਕੂਫ ਦਾ ਪੁੱਤ ਗਦਾਰ। ਨਹੀਂ ਇਹ ਲਫ਼ਜ਼ ਨਹੀਂ ਆਪਾਂ ਵਰਤਣੇ, ਟੀਵੀ ਤੇ ਲਫ਼ਜ਼ ਇਹ ਨਹੀਂ ਵਰਤਣੇ ਪਲੀਜ਼। ਨਹੀਂ ਜਿੱਦਣ ਤੋਂ ਬੜਾ ਗੁੱਸਾ ਇਸ ਕਰਕੇ ਆਉਂਦਾ, ਇਹ ਬਈ ਜੇਲ੍ਹ ਚੋਂ ਨਿਕਲਦੇ ਸਾਰੀ ਉਹਦੇ ਲੰਬੀ ਕਾਰ, ਨੀਲੀ ਪੱਗ, ਕੋਈ ਹੋਰ ਤੇ ਹੋਰ ਬਣ ਗਿਆ। ਇਦਾਂ ਦੇ ਗਦਾਰ ਲੋਕ ਤਾਂ ਫਿਰ ਇਹਨਾਂ ਦਾ ਐਂਡ ਟਾਈਮ ਕਿੱਥੇ ਆਇਆ? ਐਂਡ ਟਾਈਮ ਵੀ ਇਦਾਂ ਦੇ ਗਦਾਰਾਂ ਦਾ ਇਦਾਂ ਹੀ ਆਉਂਦਾ ਕਿ ਜਿਹੜੇ ਕੌਮ ਨਾਲ ਗਦਾਰ। ਧੰਨਵਾਦ ਜੀ ਚਾਵਲਾ ਜੀ। ਦੇਖੋ ਆਪਾਂ ਪਤਾ ਕਿ ਥੈਂਕ ਯੂ ਤੁਹਾਡਾ, ਤੁਹਾਡੇ ਵਿਚਾਰ ਬਹੁਤ ਅੱਛੇ ਆ, ਬਹੁਤ ਸੋਹਣੀ ਤੁਸੀਂ ਗੱਲਬਾਤ ਕੀਤੀ, ਲੇਕਿਨ ਆਪਾਂ ਕਿਸੇ ਦੇ ਬਾਰੇ ਵੀ ਕੋਈ ਵੀ ਆਪਾਂ ਇਦਾਂ ਦਾ ਲਫ਼ਜ਼ ਜਿਹੜੇ ਗਦਾਰਾਂ ਦਾ ਬਹੁਤ ਆ ਜਾ। ਥੈਂਕ ਯੂ ਜੀ, ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਧੰਨਵਾਦ। ਤੇ ਇਸ ਤਰ੍ਹਾਂ ਜਿਹੜੀ ਆ ਵੀ ਆਪਾਂ ਤਾਂ ਕਿ ਜਿਹੜਾ ਪ੍ਰੋਗਰਾਮ ਦਾ ਜਿਹੜਾ ਨਾ ਮੂਡ ਆ ਜਿਹੜਾ ਦੂਏ ਪਾਸੇ ਨੂੰ ਜਿਹੜੀ ਆ ਉਹ ਚੱਲ ਜਾਂਦੀ ਆ, ਤੇ ਆਪਾਂ ਇਸ ਕਰਕੇ ਵੀ ਕਿਸੇ ਦੇ ਵੀ ਭੈਣ ਭਰਾ ਦੇ ਵਰਖਲਾਫ ਆਪਾਂ ਕੋਈ ਵੀ ਗੱਲ ਨਹੀਂ ਕਰਨੀ ਜਿਸ ਦੇ ਨਾਲ ਕਿਸੇ ਨੂੰ ਕੋਈ ਦੁੱਖ ਹੋਵੇ, ਤਕਲੀਫ ਹੋਵੇ, ਔਰ ਸਾਨੂੰ ਫੋਨ ਕਰਕੇ ਕਹਿਣ ਵੀ ਤੁਹਾਡੇ ਪ੍ਰੋਗਰਾਮ ਦੇ ਵਿੱਚ ਆਹ ਗੱਲ ਕਹੀ ਆ। ਲੇਕਿਨ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਤੁਹਾਡੇ ਆਪਣੇ ਵਿਚਾਰ ਸੀ, ਇਸ ਦੇ ਨਾਲ ਇਹ ਆਜ਼ਾਦ ਟੀਵੀ ਦਾ ਜਾਂ ਬਿਨਸ ਟੀਵੀ ਦਾ ਕੋਈ ਲੈਣਾ ਦੇਣਾ ਨਹੀਂ। ਤੇ ਇਹ ਸਨ ਚਾਵਲਾ ਜੀ। ਤੇ ਜਿਸ ਤਰ੍ਹਾਂ ਕਿ ਬਹੁਤ ਪੁਰਾਣੀਆਂ ਗੱਲਾਂ ਹਨ ਸਾਰਿਆਂ ਦੇ ਕੋਲ, ਜਿਸ ਤਰ੍ਹਾਂ ਫੋਨ ਆਉਣਗੇ ਜਾਂ ਜਿਸ ਤਰ੍ਹਾਂ ਵੀ ਕੋਈ ਰਾਹੇ ਵਗਾਹੇ ਮਿਲੇਗਾ ਜਾਂ ਕਿਤੇ ਆਉਂਦੇ ਜਾਂਦੇ ਮਿਲਾਂਗੇ, ਤੇ ਜਦੋਂ ਮਿਸ਼ਨ ਦੀ ਗੱਲ ਕਰਦੇ ਆ ਤਾਂ ਬਾਬਾ ਸਾਹਿਬ ਦੀ ਗੱਲ ਕਰਦੇ ਆ ਤਾਂ ਵਾਕਿਆ ਬਾਬਾ ਸਾਹਿਬ ਦੀ ਗੱਲ। ਹੈਲੋ ਜੈ ਗੁਰਦੇਵ ਜੀ। ਜੈ ਗੁਰਦੇਵ ਕਲੇਰ ਸਾਹਿਬ ਜੀ, ਬਿਰਦੀ ਸਾਹਿਬ ਜੀ, ਸੁੰਡ ਸਾਹਿਬ ਜੀ, ਸਾਰਿਆਂ ਨੂੰ ਜੈ ਭੀਮ, ਜੈ ਗੁਰਦੇਵ ਜੀ। ਜੈ ਭੀਮ। ਤੇ ਵੀਰ ਜੀ ਕੌਣ ਤੇ ਕਿੱਥੋਂ ਬੋਲ ਰਹੇ ਜੀ? ਮੈਂ ਵਿਜੇ ਬੋਲਦਾ ਇਟਲੀ ਤੋਂ। ਬਹੁਤ ਖੁਸ਼ ਦਿਲ ਹੁੰਦਾ ਆ, ਕੌਮ ਦੀ ਸੋਚ। ਕਾਫੀ ਦਿਨ ਪਹਿਲਾਂ ਪ੍ਰੋਗਰਾਮ ਨਹੀਂ ਦੇਖਿਆ ਅਸੀਂ ਤੁਹਾਨੂੰ ਟੀਵੀ ਤੇ, ਦਿਲ ਬੜਾ ਉਦਾਸ ਸੀਗਾ। ਚਲੋ ਕੋਈ ਨਹੀਂ, ਹਾਂਜੀ ਸਤਿਗੁਰੂ ਰਵਿਦਾਸ ਮਹਾਰਾਜ ਦੇ ਦਰਬਾਰ 'ਚ ਬੇਨਤੀ ਕਰਦੇ ਕਿ ਸਤਿਗੁਰੂ ਰਵਿਦਾਸ ਮਹਾਰਾਜ ਜਿਹੜੇ ਵਿਅਕਤੀ ਕੌਮ ਦੇ ਨਰੂਲ ਆ, ਜਿਹੜੇ ਡਬਲ ਮਾਈਂਡਡ ਨਹੀਂ ਗਏ, ਬਿਲਕੁਲ ਮਿਸ਼ਨਰੀ ਆ, ਸਤਿਗੁਰੂ ਰਵਿਦਾਸ ਮਹਾਰਾਜ ਉਹਨਾਂ ਦੇ ਬੱਚਿਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਮਿਹਰ ਭਰਿਆ ਹੱਥ ਰੱਖੇ। ਧੰਨਵਾਦ ਜੀ। ਹਾਂਜੀ, ਕੀ ਮੈਸੇਜ ਦੇਣਾ ਚਾਹੁੰਦੇ ਹੋ? ਹੈਲੋ ਮੇਰਾ ਖਿਆਲ ਹੈ ਉਹਨਾਂ ਦੀ ਕਾਲ ਡ੍ਰੌਪ ਹੋ ਗਈ ਆ, ਤੇ ਜੇ ਕਾਲ ਦੁਬਾਰਾ ਕਰਨੀ ਚਾਹੁੰਦੇ ਹੋ ਦੁਬਾਰਾ ਕਰ ਸਕਦੇ ਹਨ। ਤੇ ਜਿਹੜਾ ਇਹ ਪ੍ਰੋਗਰਾਮ ਹੁੰਦੇ ਆ ਜਿਸ ਤੇ ਜਿੱਥੇ ਵੀ ਆਪਣੀਆਂ ਸਭਾ ਸੁਸਾਇਟੀਆਂ, ਜਿੱਥੇ ਵੀ ਆਪਣੇ ਲੋਕ ਬੈਠੇ, ਭੈਣ ਭਰਾ ਬੈਠੇ ਹਨ, ਉਹ ਆਪਣੇ ਜਾਨੀ ਆਪਣੀ ਕਾਬਲੀਅਤ ਦੇ ਮੁਤਾਬਕ, ਆਪਣੇ ਮਿਸ਼ਨ ਦੇ ਵਿੱਚ ਜਿੰਨਾ ਉਹਨਾਂ ਦਾ ਇੰਟਰਸਟ ਹੈ ਉਸ ਦੇ ਮੁਤਾਬਕ, ਜਿੰਨੀ ਕੁ ਉਹਨਾਂ ਦੀ ਬੁੱਧੀ ਆ, ਸੋਝੀ ਆ, ਉਹਨਾਂ ਅਸੀਂ ਆਪਣਾ ਜਿਹੜਾ ਕੰਮ ਆ ਸਾਡਾ ਫਰਜ਼ ਬਣਦਾ ਬਾਬਾ ਸਾਹਿਬ ਦੇ ਮਿਸ਼ਨ ਲਈ, ਸਤਿਗੁਰੂ ਦਾਸ ਮਹਾਰਾਜ ਦੇ ਮਿਸ਼ਨ ਲਈ, ਭਗਵਾਨ ਵਾਲਮੀਕ ਮਹਾਰਾਜ ਦੇ ਮਿਸ਼ਨ ਦੇ ਲਈ ਆਪਾਂ ਤੱਟ ਭਰ ਰਹੀਏ। ਜੇ ਜ਼ਿਆਦਾ ਨਹੀਂ ਤੇ ਰਲ ਨਹੀਂ ਸਕਦੇ ਤੇ ਦੂਰੋਂ ਪਿੱਛੇ ਹੋ ਕੇ ਵੀ ਕੰਮ ਆਪਾਂ ਕਰ ਸਕਦੇ ਆ। ਤੇ ਇਹ ਸਾਡਾ ਜਿਹੜਾ ਮਿਸ਼ਨ ਆ ਜਿਹੜਾ ਇਹ ਕਾਮਯਾਬ ਹੋ ਸਕਦਾ। ਬਾਬਾ ਸਾਹਿਬ ਦਾ ਮਿਸ਼ਨ ਜਿਹੜਾ ਆ। ਹੈਲੋ ਜੈ ਗੁਰਦੇਵ ਜੀ। ਹੈਲੋ ਜੀ, ਜੈ ਗੁਰਦੇਵ ਜੀ। ਹਾਂਜੀ ਜੈ ਭੀਮ ਜੀ, ਕੀ ਹਾਲ ਚਾਲ ਹੈ ਜੀ? ਹਾਂਜੀ ਗਿੰਡਾ ਜੀ ਗਲਾਸਗੋ ਤੋਂ। ਹਾਂ, ਤੁਸੀਂ ਜਿਹੜੀ ਗੱਲ ਕੀਤੀ ਬਹੁਤ ਵਧੀਆ ਸੀ। ਪਹਿਲਾਂ ਅਸਲ ਵਿੱਚ ਅੱਜ ਕੱਲ ਰੌਲਾ ਬਹੁਤ ਪੈ ਰਿਹਾ ਹੈਗਾ, ਪਰ ਜਿੰਨੀ ਅਵੇਕਨਿੰਗ ਹੋਣੀ ਚਾਹੀਦੀ ਸੀ, ਯੂਨਿਟੀ ਹੋਣੀ ਚਾਹੀਦੀ ਸੀ, ਉਨੀ ਹੋ ਨਹੀਂ ਰਹੀ ਜੀ। ਔਰ ਸਿਆਸੀ ਤੌਰ ਤੇ ਹਿਲਜੁਲ ਕਾਫੀ ਆ, ਪਰ ਉਹਦਾ ਰਿਜ਼ਲਟ ਜਿਹੜਾ ਉਹ ਕੁਝ ਨਹੀਂ ਨਿਕਲਦਾ ਹੈਗਾ ਜੀ। ਔਰ ਬਾਬਾ ਸਾਹਿਬ ਇਸ ਗੱਲ ਤੇ ਬੜੇ ਜ਼ੋਰ ਦਿੰਦੇ ਸੀ ਕਿ ਪੋਲੀਟੀਕਲ ਪਾਵਰ ਜਿਹੜੀ ਆ ਸਾਡੇ ਹੱਥ 'ਚ ਆਉਣੀ ਚਾਹੀਦੀ ਆ ਜੀ। ਔਰ ਤੁਸੀਂ ਦੇਖ ਲਓ ਬਈ ਮੱਧ ਪ੍ਰਦੇਸ਼ ਜਾਂ ਰਾਜਸਥਾਨ, ਹਾਂਜੀ, ਉੱਥੇ ਇਹ ਬੀਐਸਪੀ ਵਾਲੇ 5 ਸੀਟਾਂ ਹੋਰ ਲੈ ਜਾਂਦੇ ਤਾਂ ਅੱਜ ਉਹਨਾਂ ਦੀ ਸਰਕਾਰ ਦੇ ਵਿੱਚ ਆਪਣਾ ਤਾਂ ਬੜੀ ਮੱਝ ਜਾਣੀ ਸੀ ਜੀ। ਸਹੀ ਗੱਲ ਹੈ। ਪਰ ਅਸੀਂ ਉਸ ਹਿਸਾਬ ਨਾਲ ਇਕੱਠੇ ਨਹੀਂ ਹੋ ਰਹੇ, ਉਸ ਹਿਸਾਬ ਨਾਲ ਇੱਕ ਪਾਰਟੀ ਮਗਰ ਨਹੀਂ ਚੱਲ ਰਿਹਾ। ਸਾਨੂੰ ਚਾਹੀਦਾ ਵੀ ਇੱਕ ਪਾਰਟੀ ਮਗਰ ਇਹ ਜਿਹੜਾ ਹੋ ਕੇ, ਜੇ ਅਸੀਂ ਰੂਲਿੰਗ ਪਾਵਰ ਨਹੀਂ ਬਣ ਸਕਦੇ, ਕਮ ਸੇ ਕਮ ਜਿਹੜੀ ਬੈਲੈਂਸ ਆਫ ਪਾਵਰ ਆ ਉਹ ਤਾਂ ਸਾਡੇ ਹੱਥ 'ਚ ਹੋਵੇ ਨਾ। ਗਿੰਡਾ ਜੀ ਇਹਦੇ ਵਿੱਚ ਕਮੀ ਕਿਸ ਚੀਜ਼ ਦੀ ਆ? ਕਿਉਂ ਨਹੀਂ ਹੋ ਰਹੀ ਇਹ ਗੱਲ? ਸਾਡੇ ਲੋਕਾਂ ਦਾ ਬਹੁਤਾ ਸੁਧਾਰ ਨਹੀਂ ਹੋ ਸਕਦਾ ਜੀ। ਸੋ ਮੈਂ ਇਹੀ ਚਾਹੁੰਦਾ ਵੀ ਆਪਣੇ ਲੋਕ ਜਿੰਨਾ ਰੌਲਾ ਪਾਉਂਦੇ ਆ ਉਹ ਅਮਲੀ ਤੌਰ ਤੇ ਵੀ ਯੂਨਿਟੀ ਦਿਖਾਉਣ, ਆਪਣੀ ਇਮਾਨਦਾਰੀ ਦਿਖਾਉਣ ਜੀ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਤੇ ਇਹ ਸਨ ਗਿੰਡਾ ਜੀ ਗਲਾਸਗੋ ਤੋਂ, ਜਿਨ੍ਹਾਂ ਨੇ ਬਹੁਤ ਕੰਮ ਕੀਤੇ ਆ ਇੰਡੀਆ ਭਾਰਤ ਦੇਸ਼ ਦੇ ਵਿੱਚ ਵੀ। ਸਕੂਲ ਵੀ ਫੂਲਪੁਰ ਦੇ ਵਿੱਚ ਸਕੂਲ ਵੀ ਬਾਬਾ ਸਾਹਿਬ ਦੇ ਨਾਂ ਤੇ ਚੱਲ ਰਿਹਾ ਆ। ਤੇ ਮੇਰਾ ਖਿਆਲ ਮਹਾਰਾਸ਼ਟਰ ਵੀ ਇਹਨਾਂ ਨੇ, ਮੈਨੂੰ ਪਤਾ ਸੀਗਾ ਵੀ ਇੱਕ ਰਿਵੱਦੀ ਜੀ ਜਗ੍ਹਾ ਲੈ ਰਹੇ ਸੀਗੇ। ਨਹੀਂ, ਫੂਲਪੁਰ ਸਕੂਲ ਚੱਲਦਾ। ਹਾਂਜੀ, ਫੂਲਪੁਰ ਦਾ ਸਕੂਲ ਚੱਲਦਾ ਆ, ਤੇ ਨਾਲੇ ਜਲੰਧਰ ਆਪਣੇ ਹੈਗਾ ਆ ਲਾਂਬੜੇ ਦੇ ਨਾਲ ਹੀ ਉੱਥੇ ਪੈਂਦਾ। ਤੇ ਇਹਨਾਂ ਦੇ ਵੀ ਆਪਣੇ ਕੋਲੋਂ ਪੈਸਾ ਲਾ ਕੇ ਸਭਾ ਸੁਸਾਇਟੀਆਂ ਨੂੰ ਇਕੱਠੇ ਕਰਕੇ ਵੋਲੰਟੀਅਰ ਸੁਸਾਇਟੀ ਦੇ ਵਿੱਚ ਵੀ ਇਹ ਇਹਨਾਂ ਦਾ ਆਪਣਾ ਯੋਗਦਾਨ ਕਾਫੀ ਰਿਹਾ ਆ। ਤੁਹਾਡੇ ਨਾਲ ਵੀ ਇਹਨਾਂ ਦੇ ਲਿੰਕ ਹੈ। ਮੇਰੇ ਨਾਲ ਵੀ ਪਹਿਲੇ ਦਿਨ ਤੋਂ ਜਦ ਦਾ ਮੈਂ 76 ਦਾ ਮੈਂ ਵੀ ਇੱਥੇ ਆਇਆ, ਉਦੋਂ ਦੇ ਜਿੰਨੇ ਵੀ ਪੁਰਾਣੇ ਜਿਹੜੇ ਸਾਥੀ ਸੀਗੇ ਉਹਨਾਂ ਚੋਂ ਕਿਸੇ ਨੇ ਵੀ ਇੱਕ ਦੂਏ ਨੂੰ ਛੱਡਿਆ ਨੀਗਾ। ਅੱਜ ਤੱਕ ਵੀ ਉਹ ਉੱਥੇ ਹੀ ਉਸੇ ਪਿਆਰ ਦੇ ਵਿੱਚ ਵੱਜੇ, ਉਸੇ ਸੰਗਲ ਆ ਜਿਹੜਾ ਆ ਉਹ ਅੱਜ ਆਜ਼ਾਦੀ ਦੇ ਵਿੱਚ ਜ਼ਰੂਰ ਹੋਗਾ। ਜਿਸ ਤਰ੍ਹਾਂ ਮੈਂ ਸੰਗਲ ਟੁੱਟਦਾ ਦਿਖਾ ਲਿਆ, ਆਜ਼ਾਦ ਜ਼ਰੂਰ ਹੋ ਗਏ ਅਸੀਂ,
ਲੇਕਿਨ ਅਸੀਂ ਆਪਣੇ ਵਿਚਾਰਾਂ ਦੀ ਸਾਂਝ ਇੱਕ ਦੂਏ ਨਾਲ ਟੈਲੀਫੋਨਾਂ ਤੇ ਇਸ ਤਰ੍ਹਾਂ ਇੱਕ ਦੂਏ ਨਾਲ ਪਾਉਂਦੇ ਰਹਿੰਦੇ। ਹੈਲੋ ਜੈਗਦੇਵ ਜੀ, ਹੈਲੋ ਹੈਲੋ ਜੈਗਦੇਵ ਜੀ, ਹੈਲੋ ਜੈਗਦੇਵ ਜੀ। हाँ जय भीम जी। जय भीम वीर जी, कौन थे कितों बोल रहे जी? हाँ मैं नरेश कुमार बोल रहा जी बर्मी तो। हाँ जी नरेश जी कुमार जी की हाल चाल है? हाँ जी ਤੁਹਾਡਾ ਲਾਈਵ ਪ੍ਰੋਗਰਾਮ ਹੈ ਜੀ? हाँ जी हाँ जी हाँ जी ਪੈਨਲ ਤੇ ਬੈਠੇ ਹਾਂ ਸਾਰਿਆਂ ਨੂੰ ਜੈ ਭੀਮ। जय भीम जी। हाँ जी ਕਿਉਂਕਿ ਤੁਹਾਡਾ ਜਿਹੜਾ ਪ੍ਰੋਗਰਾਮ ਹੈ ਬੜਾ ਇਨਕਲਾਬੀ ਯਾਰ ਹਮੇਸ਼ਾ ਹੁੰਦਾ ਹੈ जी। ਥੈਂਕ ਯੂ। ਮੈਂ 5 ਸਾਲਾਂ ਤੋਂ ਯਾਨੀ ਕਿ ਲਗਾਤਾਰ ਦੇਖਦਾ ਰਿਹਾ ਹਾਂ जी। ਪਰ ਅੱਜ ਜਿਹੜੀ ਗੱਲ ਤੁਸੀਂ ਕਰ ਰਹੇ ਹੈਗੇ ਆ ਨਾ जी ਉਹ ਇਸ ਤਰ੍ਹਾਂ ਹੈਗੀ ਆ ਕਿ ਰਾਮ ਪ੍ਰਕਾਸ਼ ਦੀ ਜਿਹੜੀ ਗੱਲ ਕਰਦੇ ਸੀਗੇ। हाँ जी ਤੇ ਮੈਂ ਉਦੋਂ 12 ਸਾਲਾਂ ਦਾ ਸੀਗਾ जी। मैं 14 ਦਾ ਸੀ। ਤੁਸੀਂ 14 ਦੇ ਸੀਗੇ? हाँ जी। ਤੁਸੀਂ ਮੇਰੇ ਤੋਂ ਵੱਡੇ ਸੀਗੇ? नहीं पता नहीं, ਹੁਣ मैं ਤੁਹਾਨੂੰ ਬਾਅਦ ਚ ਦੱਸ ਦਿੰਨੇ। ਚਲੋ हाँ जी। ਮੈਂ 64 ਦਾ ਜਦੋਂ ਸੀਗਾ ਮੈਂ 12 ਸਾਲਾਂ नहीं 64 ਦੀ ਨਹੀਂ ਮੈਂ ਗੱਲ ਕਰਦਾ, ਮੈਂ 70 ਦੀ ਗੱਲ ਕਰਦਾ ਹਾਂ। ਨਹੀਂ ਮੈਂ 64 ਦਾ ਜਦੋਂ ਸੀ ਮੈਂ 12 ਸਾਲਾਂ ਦਾ ਸੀਗਾ ਜੀ। ਜਦੋਂ 1964 ਦੇ ਵਿੱਚ ਰਿਪਬਲਿਕ ਪਾਰਟੀ ਦਾ ਐਜੀਟੇਸ਼ਨ ਚੱਲਦੀ ਸੀਗੀ। हाँ जी ਜਿਹਦਾ ਪਰ ਉਹ ਅੰਦੋਲਨ ਚੱਲਦਾ ਸੀਗਾ जी ਉਹਦੇ ਦੌਰਾਨ ਰਾਮ ਪ੍ਰਕਾਸ਼ ਦੀ ਮੌਤ ਹੋ ਗਈ ਸੀ जी। ठीक है, सही गल। ਜਦੋਂ ਉਹਦੀ ਮੌਤ ਹੋ ਗਈ ਤੇ ਜਦੋਂ ਅੰਬੇਡਕਰ ਭਵਨ ਬਣਿਆ ਉਦੋਂ ਹੀ ਮੈਂ ਉੱਥੇ ਗਿਆ। हाँ जी ਤੇ ਮੋਰਚੇ ਦੇ ਦੌਰਾਨ ਅਸੀਂ ਇਹ ਨਾਰੇ ਲਾਉਂਦੇ ਹੁੰਦੇ ਸੀ 1 ਰੁਪਏ ਕਿਲੋ ਆਟਾ ਇਸ ਸਰਕਾਰ ਨੂੰ ਸ਼ਰਮ ਦਾ ਘਾਟਾ। जी ਇਹ ਉਹਨਾਂ ਦਿਨਾਂ ਤੇ ਹੀ ਨਾਰੇ ਲਾਉਂਦੇ ਉਦੋਂ ਲੱਗਦੇ ਸੀ ਜੀ। ਤੇ ਦੇਖੋ 1 ਰੁਪਏ ਕਿਲੋ ਆਟਾ ਅੱਜ ਦਿਹਾੜੀ ਅੱਜ ਦਿਹਾੜੀ ਹੈਗੀ 300 400 ਰੁਪਏ ਦਿਹਾੜੀ जी। ਕਿੰਨੀ ਗਰੀਬੀ। ਹਾਂਜੀ हाँ जी ਪਰ ਉਹ ਫਿਰ ਵੀ ਸਾਨੂੰ ਕਾਫੀ ਅਧਿਕਾਰ ਉਦੋਂ ਮਿਲੇ ਸੀਗੇ ਜਦੋਂ ਰਿਪਬਲਿਕਨ ਪਾਰਟੀ ਦਾ ਐਜੂਕੇਸ਼ਨ ਜਾਨੀ ਕਿ ਕੀਤਾ ਸੀ ਉਹਨਾਂ ਨੇ। जी ਹਾਂਜੀ हाँ जी। ਤੇ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈਗਾ ਆ। ਧੰਨਵਾਦ ਜੀ ਕੁਮਾਰ ਜੀ। ਤੇ ਤੇ ਹਮੇਸ਼ਾ ਤੁਹਾਨੂੰ ਯਾਦ ਕਰਦੇ ਰਹਿੰਦੇ ਆ। ਠੀਕ ਠੀਕ हाँ ਤੇ जी। ਇਹ ਯਾਦਾਂ ਜਿਹੜੀਆਂ ਹੈਗੀਆਂ ਆ ਤੁਹਾਨੂੰ ਸਾਂਝੀ ਕੀਤੀਆਂ ਇਹ ਜ਼ਰੂਰ ਅਗਲੀ ਵਾਰ ਵੀ ਹਿਸਟਰੀ ਤੁਹਾਡਾ ਜੀ। ਅਸੀਂ ਪੁਰਾਣੀਆਂ ਯਾਦਾਂ ਲੈ ਕੇ ਜ਼ਰੂਰ ਆਇਆ ਕਰਾਂਗੇ, ਹਾਜ਼ਰ ਹੋਇਆ ਕਰਾਂਗੇ। ਓਕੇ ਤੇ ਓਕੇ ਜੈ ਜੈ ਭੀਮ ਜੀ, ਜੈ ਭੀਮ। ਤੇ ਨਰੇਸ਼ ਕੁਮਾਰ ਜੀ ਬਰਮਿੰਘਮ ਤੋਂ ਜਿਹੜੇ ਉਹਨਾਂ ਨੇ ਵੀ ਦੱਸਿਆ ਕਿ ਉਦੋਂ ਉਹ ਵੀ ਉੱਥੇ 14 64 ਦੇ ਵਿੱਚ ਉਹਨਾਂ ਨੇ ਵੀ ਇਹ ਜਿਹੜਾ ਘੱਲੂਘਾਰਾ ਦੇਖਿਆ ਜਦੋਂ ਰਿਪਬਲਿਕ ਪਾਰਟੀ ਜਦੋਂ ਇਹ ਪ੍ਰੋਟੈਸਟ ਹੋਇਆ ਸੀ ਜਿਸ ਦੇ ਵਿੱਚ ਉਹਨਾਂ ਨੂੰ ਆਪਣੇ ਰਾਮ ਪ੍ਰਕਾਸ਼ ਜੀ ਨੂੰ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਲੇਕਿਨ ਮੈਂ ਗੱਲ ਕਰਦਾ ਕਿ ਜਦੋਂ ਸਾਨੂੰ ਸ਼ਹੀਦੀ ਦਾ ਮਤਲਬ ਨਹੀਂ ਸੀ ਪਤਾ ਹੋਣਾ, ਉਹ ਉਮਰ ਇਦਾਂ ਨਹੀਂ ਸੀਗੀ। ਲੇਕਿਨ ਸਾਡੇ ਜਿਹੜੇ ਬਜ਼ੁਰਗਾਂ ਦੇ ਵਿੱਚੋਂ ਜੇ ਗਿਣਿਆ ਜਾਵੇ ਪਿੱਛੇ ਸ਼ਹੀਦੀਆਂ ਤਾਂ ਸਾਡੀਆਂ ਹੀ ਆ ਸਾਰੀਆਂ। ਜਦੋਂ ਕੋਈ ਵੀ ਇਤਿਹਾਸ ਕੱਢਿਆ ਜਾਵੇ ਜਿੰਨੀਆਂ ਸ਼ਹੀਦੀਆਂ ਜਿਹੜੇ ਪੰਨੇ ਲਿਖੇ ਕਿਤਾਬ ਜੋ ਵੀ ਆ ਇਤਿਹਾਸ ਦੇ। ਹੈਲੋ ਜੈਗਦੇਵ ਜੀ। ਹੈਲੋ ਜੈਗਦੇਵ ਜੀ। हाँ जी वीर जी, कौन थे कितों बोल रहे जी? मैं फकीरचंद चौहान बोल हाँ जी लो जी चौहान जी, मैं ਤੁਹਾਡੀ ਵੇਟ ਕਰਦਾ ਸੀ, ਮੈਂ ਕਿਹਾ ਉਹ ਨਹੀਂ ਆਏ ਅੱਜ। हाँ जी ਆਪਣੇ ਕਾਫੀ ਵਧੀਆ ਵਿਚਾਰ ਤੁਸੀਂ ਕਰ ਰਹੇ ਹੋ। ਧੰਨਵਾਦ ਜੀ। हाँ जी ਦੇਖੋ ਇਹ ਹੈਗੀ ਆ ਪ੍ਰੇਰ ਸਾਹਿਬ, ਇਹ ਜਿਹੜੀ ਹੈ ਨਾ ਆਪਣੀ ਮੂਵਮੈਂਟ ਹੈਗੀ ਆ जी ਦੇਖੋ ਬਹੁਤ ਕੁਝ ਹੁੰਦਾ ਰਹਿੰਦਾ ਪਰ ਜਿਹੜੇ ਹੈ ਨਾ ਬਹੁਤ ਦੇਰ ਤੋਂ ਗੁਲਾਮ ਹੋਣ। हाँ जी ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਵੀ ਕਿਹਾ ਸੀ ਵੀ ਜਿਹੜੇ ਗੁਲਾਮ ਆ ਉਹਨਾਂ ਨੂੰ ਗੁਲਾਮੀ ਦਾ एहसास करा दियो। ਅਹਿਸਾਸ ਕਰਾਉਂਦੇ ਹੀ ਰਹਿਣਾ ਚਾਹੀਦਾ। ठीक है जी। ਪਰ ਆ ਜੋ ਕੁਝ ਹੈ ਨਾ ਹੁਣ 5 ਸਟੇਟਾਂ ਦੇ ਵਿੱਚ ਚੋਣਾਂ ਹੋਈਆਂ ਭਾਰਤ ਦੇ ਵਿੱਚ जी ਕਿਉਂਕਿ ਦੇਖੋ ਇਹਦੇ ਵਿੱਚ ਇੱਕ ਚੰਗੀ ਗੱਲ ਹੋਈ ਆ ਵੀ ਜਿਹੜੀ ਬੀਜੇਪੀ ਵਾਲਿਆਂ ਨੇ ਨਾ ਆਰਐਸਐਸ ਨੇ ਅੱਤ ਚੁੱਕੀ ਹੋਈ ਸੀ जी ਤੁਸੀਂ ਦੇਖੋ ਵੀ ਜਿਹੜੇ ਗਊ ਰੱਖਿਅਕ ਕਿੰਨਿਆਂ ਲੋਕਾਂ ਨੂੰ ਮਾਰ ਰਹੇ ਸੀ जी ਔਰ ਰੋਜ਼ ਇਹ ਤੁਸੀਂ ਦੇਖੋ ਵੀ ਯੋਗੀ ਆਦਿੱਤਿਆਨਾਥ ਵਰ ਕੇ ਸਟੇਜਾਂ ਤੇ ਜਾ ਕੇ जी ਇਹੀ ਕਹਿੰਦੇ ਸੀ ਵੀ ਇਹਨਾਂ ਨੂੰ ਬਾਹਰ ਕੱਢ ਦੇਣਾ ਆਹ ਕਰ ਦੇਣਾ जी। ਉਹ ਜਾਣੇ ਥੋੜਾ ਜਿਹਾ ਅੱਜ ਠੰਡੇ ਹੋ ਗਏ, ਅੱਜ ਠੰਡੇ ਹੋ ਗਏ ਕਿਉਂਕਿ ਜਿਹੜੀ ਮਤਲਬ ਰਿਜ਼ਲਟ ਆਏ ਹੈਗੇ ਆ। हाँ जी ਹੁਣ ਤੁਸੀਂ ਦੇਖੋ ਵੀ ਜਿਹੜੀ ਮੱਧ ਪ੍ਰਦੇਸ਼ ਦੇ ਵਿੱਚ ਰਿਜ਼ਲਟ ਆ ਉੱਥੇ ਵੀ ਕਾਂਗਰਸ ਨੂੰ ਬਹੁਤ ਮਤ ਨਹੀਂ ਮਿਲਿਆ जी। ਉਹ ਭੈਣ ਜੀ ਨੇ ਮਤਲਬ 2 ਸੀਟਾਂ ਤੇ ਸਮਾਜਵਾਦੀ ਨੇ ਤੇ ਜਿਹੜੇ ਦੂਏ ਸੀ 4 ਜਿਹੜੇ ਹਾਂਜੀ ਬਾਹਰ ਨਿਕਲ ਗਏ ਸਨ ਕਿਉਂਕਿ ਉਹ ਬਹੁਤ ਮਤ ਮਿਲ ਗਿਆ। ਉਹ ਕਮਲਨਾਥ ਬਣਨਾ ਹੁਣ ਮੁੱਖ ਮੰਤਰੀ ਬਣ ਗਿਆ ਜੀ ਅੱਜ। ਹਾਂਜੀ ਤੇ ਬਾਕੀ ਜਿਹੜੇ ਰਾਜਸਥਾਨ ਦੇ ਵਿੱਚ ਜਿਹੜੀ ਸਥਿਤੀ ਵੱਖਰੀ ਆ ਉੱਥੇ ਵੀ ਬਹੁਤ ਮਤ ਨਹੀਂ ਕਿਉਂਕਿ ਉੱਥੇ 101 ਐਮਐਲਏ ਚਾਹੀਦਾ ਸੀ ਤਾਂ ਉਹਨਾਂ ਨੂੰ 100 ਜਾਣੀ ਮਤਲਬ ਕਿਉਂਕਿ ਇੱਕ ਦੀ ਕੈਂਡੀਡੇਟ ਦੀ ਡੈਥ ਹੋ ਗਈ ਸੀ ਉੱਥੇ 199 ਸੀ। ਹਾਂਜੀ ਪਰ ਫਿਰ ਵੀ ਇਹ ਦੇਖੋ ਵੀ ਉੱਥੇ ਵੀ ਤਖਤਾ ਪਲਟ ਹੋ ਗਿਆ ਜੀ। ਔਰ ਫਿਰ ਛੱਤੀਸਗੜ੍ਹ ਦੇ ਵਿੱਚ ਬਹੁਤ ਹੈਰਾਨੀਜਨਕ ਆਏ ਆ। ਨਹੀਂ ਚੌਹਾਨ ਸਾਹਿਬ ਪਰ ਲੇਕਿਨ ਅਸੀਂ ਕਿੱਥੇ ਖੜੇ, ਸਾਡਾ ਕੀ ਹੈ? ਸਾਨੂੰ 1 ਜਾਂ 2 ਸੀਟਾਂ ਸਾਨੂੰ ਦੇਖੋ ਆਪਣਾ ਹਾਂਜੀ ਆਪਣੇ ਲਈ ਇਹ ਇਕੱਲਾ ਇਲੈਕਸ਼ਨ ਨਹੀਂ ਜੀ।
ਆਪਣੀ ਸੰਸਕ੍ਰਿਤੀ ਜਿਹੜੀ ਹੈ ਨਾ ਇੱਕ ਕਲਚਰਲ ਰਿਵੋਲਟ ਆ ਜੀ। ਹੁਣ ਇਹ ਦੇਖੋ, ਇਹ ਜਿਹੜੀਆਂ ਦੋ ਹੀ ਪਾਰਟੀਆਂ ਆ, ਤੁਸੀਂ ਐਨਾਲਾਈਜ਼ ਕਰਕੇ ਦੇਖੋ ਵੀ ਭਾਜਪਾ ਨੇ ਇਦਾਂ ਦਾ ਪ੍ਰਚਾਰ ਕੀਤਾ ਵੀ ਕਾਂਗਰਸ ਵੀ ਉਸੇ ਰਾਹ ਤੁਰ ਪਈ ਜੀ। ਹੁਣ ਤੁਸੀਂ ਦੇਖੋ ਵੀ ਮੱਧ ਪ੍ਰਦੇਸ਼ ਦੇ ਵਿੱਚ ਉਹਨੇ ਵੀ ਕਿਹਾ ਵੀ ਅਸੀਂ ਇੱਥੇ ਪਿੰਡ ਦੇ ਵਿੱਚ ਗਊਸ਼ਾਲਾ ਬਣਾਵਾਂਗੇ ਜੀ, ਔਰ ਅਸੀਂ ਵੀ ਰਾਮ ਰਾਤ ਯਾਤਰਾ ਕਰਾਂਗੇ ਜੀ। ਔਰ ਇੱਥੇ ਤੱਕ ਕੋਲ ਆਪੇ ਕਹਿਣ ਵੀ ਇਹਨਾਂ ਤੋਂ ਰਾਮ ਮੰਦਿਰ ਨਹੀਂ ਬਣਿਆ, ਅਸੀਂ ਬਣਾਵਾਂਗੇ ਜੀ। ਕਿਉਂਕਿ ਜਦ ਤੁਸੀਂ ਦੇਖੋ ਵੀ ਜਿਹੜੀ ਉਹ ਰਾਮ ਮੰਦਿਰ ਦੀ ਗੱਲ ਹੈ ਉਹ ਸੰਵਿਧਾਨ ਦੇ ਵਿਰੁੱਧ ਹੈ। ਹਾਂਜੀ। ਕਿਉਂਕਿ ਉਹਨੀ ਮਸਜਿਦ ਢਾਈ ਆ, ਉਹ ਸੰਵਿਧਾਨ ਦੇ ਵਿਰੁੱਧ ਕਾਰਾ ਸੀ ਜੀ। ਹੁਣ ਜਦ ਸੁਪਰੀਮ ਕੋਰਟ ਦੇ ਵਿੱਚ ਗਿਆ ਤਾਂ ਕਿਸੇ ਨੂੰ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ ਜੀ। ਧੰਨਵਾਦ ਚੌਹਾਨ ਜੀ। ਹੁਣ ਸਾਡਾ ਟਾਈਮ ਦੀ ਦੇਖੋ ਇਹ ਆਪਾਂ ਨੂੰ ਬਣਾਉਣਾ ਨਹੀਂ ਚਾਹੀਦਾ ਜਿਹੜੀ ਨਹੀਂ। ਠੀਕ ਤੁਹਾਡਾ ਆਪਣੇ ਚੌਹਾਨ ਜੀ, ਤੁਹਾਡਾ ਧੰਨਵਾਦ। ਤੋਂ ਟਾਈਮ ਦੀ ਜਿਹੜੀ ਸਾਡੇ ਕੋਲ ਇਸ ਵੇਲੇ ਸ਼ਾਰਟੇਜ ਆ, ਤੇ ਨੈਕਸਟ ਵੀਕ ਜ਼ਰੂਰ ਆਪਾਂ ਮਿਸ਼ਨ ਚ ਨੈਕਸਟ ਵੀਕ ਜ਼ਰੂਰ ਆ ਤੁਸੀਂ ਪਹਿਲਾਂ ਫੋਨ ਕਰਿਓ ਤਾਂ ਕਿ ਤੁਹਾਨੂੰ ਖੁੱਲਾ ਟਾਈਮ ਦਿੱਤਾ ਜਾ ਸਕੇ, ਕਿ ਅਸੀਂ ਵੀ ਚਾਹੁੰਦੇ ਆ ਜਿਹੜਾ ਕਾਲਰ ਆਵੇ ਉਹ ਕੋਈ ਸਾਨੂੰ ਇਸ ਤਰ੍ਹਾਂ ਦੀ ਚੀਜ਼ ਦੇ ਕੇ ਜਾਵੇ ਤਾਂ ਕਿ ਜਿਹੜੀ ਅਸੀਂ ਉਸ ਦੇ ਉੱਤੇ ਦੁਬਾਰਾ ਵਿਚਾਰ ਕਰ ਸਕੀਏ। ਧੰਨਵਾਦ ਜੀ ਤੁਹਾਡਾ। ਜੈ ਭੀਮ, ਜੈ ਗੁਰਦੇਵ। ਅਸੀਂ ਹੁਣ ਕੋਈ ਕਾਲ ਨਹੀਂ ਲਵਾਂਗੇ। ਬਿਰਦੀ ਜੀ, ਜਿਸ ਤਰ੍ਹਾਂ ਆਪਣੇ ਸਾਰੇ ਕਾਲਰਾਂ ਨੇ ਇਸ ਕਾਲ ਹੈ ਕਈ ਲੈ ਲਈਏ। ਅੱਛਾ ਚਲੋ, ਸੌਰੀ ਜੀ। ਹਾਂਜੀ। ਨਹੀਂ, ਮੈਂ ਸਭ ਤੋਂ ਪਹਿਲਾਂ ਕਹਿਣਾ ਚਾਹੂੰਗਾ ਕਿ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਹੈ ਕਿ ਗੁਰੂ ਰਵਿਦਾਸ ਔਰ ਬਾਬਾ ਸਾਹਿਬ ਦੇ ਵਿੱਚ ਇੰਨਾ ਪਾੜਾ ਕਿਉਂ ਪਾਇਆ ਜਾਂਦਾ। ਲੈ ਲਈਏ, ਕਲਾਸ ਕਾਲ ਆਈ ਹੈ ਨਾ, ਲੈ ਲਓ। ਹੈਲੋ ਜਗਦੇਵ ਜੀ। ਹੈਲੋ। हेलो जी, सलाम अलैकुम। वालेकुम सलाम जी। कौन थे कितों बोल रहे जी? ये सर जी मैं बरले से बोल रहा हूं, ते मैं मुसलमान हां, अशरफ मेरे नाम। नहीं कोई गल नहीं जी, मुसलमान है तो कोई गल नहीं, इंसान तो है कि नहीं आप पहले। मैं एक सिर छोटी जी ना राय देना चाहना, जे समझ लो तो ठीक है, तो पल्ले बांध लियो, ते जे ना हो राय सुट दियो जी। कोरोडोर खोलिया पाकिस्तान ने सिख भरावां दी मदद वास्ते जी। ਤੇ ਕੋਸ਼ਿਸ਼ ਕਰੋ ਕਿ ਸਿੱਖ ਭਰਾ ਇਸ ਸਾਰੇ ਮਨਸੂਬੇ ਨੂੰ ਹੁਣ ਕਾਇਮ ਰਹਿਣੇ ਵਾਸਤੇ ਤੁਸੀਂ ਵੱਧ ਤੋਂ ਵੱਧ ਆਪਣੇ ਵੋਟ ਪੰਜਾਬ ਵਿੱਚ ਬਣਾਓ ਜੀ। ਅਕਸਰੀਅਤ ਆਪਣੀ ਸਿੱਖਾਂ ਦੀ ਸ਼ੋਅ ਕਰੋ ਪੰਜਾਬ ਵਿੱਚ, ਇਹ ਤਾਂ ਹੀ ਕਾਮਯਾਬੀ ਲੱਭ ਸਕਦੀ ਹੈ ਜੀ। ਧੰਨਵਾਦ। ਠੀਕ, ਧੰਨਵਾਦ ਜੀ ਵੀਰ ਜੀ। ਸਾਡੇ ਟਾਈਮ ਦੀ ਹੈ ਨਾ ਸਮਾਪਤੀ ਵਾਲਿਆ, ਤੇ ਨੈਕਸਟ ਵੀਕ ਜਰੂਰ ਕਾਲ ਕਰਿਓ, ਅਸੀਂ ਤੁਹਾਡੀ ਕਾਲ ਦੇ ਵਿੱਚ ਉੱਤੇ ਗੌਰ ਕਰਾਂਗੇ, ਗੱਲਬਾਤ ਕਰਾਂਗੇ ਖੁੱਲ ਕੇ। ਹਾਂਜੀ ਬਿਰਦੀ ਜੀ। तो मैं जी गल कर रहा शॉर्ट रखियो कि टाइम होया है। मैनूं समझ नहीं आती है कि गुरु रविदास और बाबा साहब दे विच क्यों इन्ना पाड़ा पाया जाता। जिहड़ा काम बाबा साहब गुरु रविदास जी ने आरंभिया सीगा, बाबा साहब ने उन्होंने अमली जामा पहनाया। अगर उही सहूलतां गुरु रविदास जी कोल हुंदियां, क्योंकि उस वेले डेमोक्रेसी नहीं सीगी, राज सीगा, राजे दा